जो गावे प्रभ के गीत, प्रभ के गीत। ਗੁਰਬਾਣੀ ਦੇ ਆਗਾਜ਼ ਨਾਲ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਜੋ ਗਾਵੇ ਪ੍ਰਭ ਕੇ ਗੀਤ ਦਾ ਜਿਹੜਾ ਅੱਜ ਅਸੀਂ ਦੂਜਾ ਭਾਗ ਜਿਹੜਾ ਅੱਜ ਤੁਹਾਡੇ ਸਾਹਮਣੇ ਪ੍ਰਸਾਰਿਤ ਕਰਨ ਜਾ ਰਹੇ ਹਾਂ ਤੇ ਮੈਂ ਰਾਜਨ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਸਤਿ ਸ਼੍ਰੀ ਅਕਾਲ ਸਾਡੇ ਸਰਵਕਾਲੀ YouTube ਚੈਨਲ ਤੇ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਅਸੀਂ ਨਾਮ ਰੱਖਿਆ ਹੈ ਜੋ ਗਾਵੇ ਪ੍ਰਭ ਕੇ ਗੀਤ, ਭਾਵ ਉਹ ਸ਼ਖਸੀਅਤਾਂ ਜਿਹੜੀਆਂ ਗੁਰਬਾਣੀ ਦੇ ਨਾਲ ਜੁੜੀਆਂ, ਸੰਗੀਤ ਦੇ ਨਾਲ ਜੁੜੀਆਂ ਹੋਈਆਂ ਨੇ, ਖਾਸ ਤੌਰ ਤੇ ਕਲਾਸੀਕਲ 뮤직 ਦੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੇ ਨਾਲ ਅਸੀਂ ਜਿਹੜਾ ਤੁਹਾਡਾ ਮਿਲਾਪ ਕਰਵਾਉਂਦੇ ਰਵਾਂਗੇ। ਤੇ ਇਹ ਸਾਡਾ ਦੂਜਾ ਐਪੀਸੋਡ ਹੈ ਜੀ। ਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ, ਉਹਨਾਂ ਨੇ ਗੁਰਮਤ ਸੰਗੀਤ ਤਾਂ ਸਿੱਖਿਆ ਹੀ ਹੈ, ਨਾਲ ਇੰਡੀਅਨ ਕਲਾਸੀਕਲ ਵੋਕਲਿਸਟ ਵੀ ਨੇ ਉਹ। ਤੇ ਉਹ ਜਿਹੜੇ ਹੈਗੇ ਆ ਕਿ ਉਹਨਾਂ ਨੇ ਬਹੁਤ ਹੀ ਜ਼ਿਆਦਾ ਇਸ ਫੀਲਡ ਦੇ ਉੱਤੇ ਸਟੱਡੀ ਕੀਤੀ ਹੋਈ ਹੈ। ਸੋ ਜਿਨ੍ਹਾਂ ਨਾਲ ਮੈਂ ਤੁਹਾਡਾ ਮਿਲਾਪ ਕਰਵਾਉਣ ਜਾ ਰਹੀ ਨੇ ਉਹ ਜੀ ਪਵਨੀਤ ਕੌਰ ਜੀ। ਪਵਨੀਤ ਕੌਰ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਇਸ ਸਰਵਕਾਲੀ YouTube ਚੈਨਲ ਦੇ ਮੰਚ ਤੇ ਮੈਂ ਰਾਜਨ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ ਜੀ। ਤੇ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਹੈ, ਤੁਸੀਂ ਜਾਣਦੇ ਹੀ ਹੋ ਸਾਡੇ ਪ੍ਰੋਗਰਾਮ ਦਾ ਨਾਮ ਜੋ ਗਾਵੇ ਪ੍ਰਭ ਕੇ ਗੀਤ। ਸੋ ਅਸੀਂ ਜਿਹੜੀ ਅੱਜ ਗੱਲ ਕਰਨੀ ਹੈ ਜੀ ਗੁਰਮਤ ਸੰਗੀਤ ਦੇ ਨਾਲ ਇਹਨਾਂ ਨਾਲ ਅਸੀਂ ਸੰਗੀਤ ਬਾਰੇ ਵੀ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਹੈਗੀ ਆ ਆਪਾਂ ਇਹਨਾਂ ਦੀ ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਇਹਨਾਂ ਤੋਂ ਇਹ ਪੁੱਛਦੇ ਹਾਂ ਕਿ ਇਹਨਾਂ ਨੇ ਇੰਨੀ ਜ਼ਿਆਦਾ ਸਟੱਡੀ ਕੀਤੀ ਹੈ ਸੰਗੀਤ ਦੇ ਵਿੱਚ, ਇਹਨਾਂ ਨੇ ਸਿੱਖਿਆ ਹੈ। ਤਾਂ ਸਭ ਤੋਂ ਪਹਿਲਾਂ ਜਿਹੜੀ ਪਵਨੀਤ ਜੀ ਮੇਰਾ ਜਿਹੜਾ ਤੁਹਾਨੂੰ ਹੈਗਾ ਕੁਐਸਚਨ ਉਹ ਹੀ ਹੈ ਕਿ ਤੁਸੀਂ ਕਿਵੇਂ ਇਨਸਪਾਇਰ ਹੋਏ, ਤੁਹਾਨੂੰ ਕਿਵੇਂ ਦਿਲ ਕੀਤਾ ਤੁਹਾਡਾ ਸੰਗੀਤ ਵੱਲ ਆਉਣ ਨੂੰ, ਔਰ ਤੁਹਾਨੂੰ ਕਿਵੇਂ ਲੱਗਾ ਕਿ ਹਾਂ ਮੈਨੂੰ ਇੱਧਰ ਹੀ ਜਾਣਾ ਚਾਹੀਦਾ ਹੈ? ਕਿਉਂਕਿ ਅੱਜ ਕੱਲ ਜਿਹੜਾ ਹੈਗਾ ਬਹੁਤ ਘੱਟ ਆਪਾਂ ਕਹਿ ਸਕਦੇ ਹਾਂ ਕਿ ਸੰਗੀਤ ਵੱਲ ਜਿਹੜਾ ਲੇਡੀਜ਼ ਨੇ ਆਪਾਂ ਕਹਿੰਦੇ ਕਿ ਬਹੁਤ ਘੱਟ ਆਉਂਦੀਆਂ, ਖਾਸ ਤੌਰ ਤੇ ਗੁਰਮਤ ਸੰਗੀਤ ਵੱਲ। ਸੋ ਜਿਹੜਾ ਮੇਰਾ ਪਹਿਲਾ ਪ੍ਰਸ਼ਨ ਹੈ ਤੁਹਾਨੂੰ ਉਹ ਇਹ ਹੈ ਕਿ ਤੁਸੀਂ ਕਿਵੇਂ ਇਨਸਪਾਇਰ ਹੋਏ ਇੱਧਰ? ਤੇ ਸਭ ਤੋਂ ਪਹਿਲੀ ਇਨਸਪੀਰੇਸ਼ਨ ਤੇ ਮੈਂ ਸਮਝਦੀ ਹਾਂ ਸਾਡੇ ਮਾਪਿਓ ਹੀ ਹੁੰਦੇ ਨੇ। ਬਿਲਕੁਲ ਜੀ। ਬੇਸਿਕਲੀ ਮੇਰੇ ਵੀ ਇਨਸਪੀਰੇਸ਼ਨ, ਸਭ ਤੋਂ ਵੱਡੀ ਇਨਸਪੀਰੇਸ਼ਨ ਮੇਰੇ ਮਾਤਾ ਪਿਤਾ ਹੀ ਹੈਗੇ ਨੇ। ਤੇ ਮੈਂ ਥੋੜਾ ਬੈਕਗਰਾਉਂਡ ਦੱਸਣਾ ਚਾਹਾਂਗੀ ਇੱਥੇ ਆਪਣੇ ਬਾਰੇ। ਤੇ ਮਤਲਬ ਮੇਰੇ ਪੂਰਾ ਨਾਨਕਾ ਪਰਿਵਾਰ ਕੀਰਤਨ ਕਰਦੇ ਆਏ ਨੇ। ਮੇਰੇ ਨਾਨਕਾ ਵਿੱਚ ਮੇਰੀ ਨਾਨੀ ਮਾਂ ਤੇ ਮੇਰੀ 5 ਮਾਸੀਆਂ, ਸਾਰੇ ਕੀਰਤਨ। ਮਤਲਬ ਉਹਨਾਂ ਨੇ ਆਪਣੀ ਰੈਗੂਲਰ ਸਟੱਡੀ ਦੇ ਨਾਲ ਮਿਊਜ਼ਿਕ ਨੂੰ ਨਹੀਂ ਛੱਡਿਆ। ਜਿਵੇਂ ਮਤਲਬ ਕਿ ਮਿਊਜ਼ਿਕ ਨੂੰ ਸ਼ੌਂਕ ਦੇ ਤੌਰ ਤੇ ਰੱਖਿਆ। ਬਿਲਕੁਲ, ਜਿਵੇਂ ਉਹ ਮਾਹੌਲ ਉਸ ਟਾਈਮ ਵਿੱਚ ਘਰ ਵਿੱਚ ਉਸਤਾਦ ਜੀ ਦਾ ਆਣਾ, ਪੂਰੀ ਬੈਠਕ ਹੋਣੀ, ਤਬਲੇ ਵਿੱਚ ਨਾਲ ਸੰਗਤ ਕਰਨੀ, ਉਹਨਾਂ ਨੇ ਉਹ ਚੀਜ਼ ਕੀਤੀ। ਤੇ ਨਾਲ ਆਪਣੀ ਪੜ੍ਹਾਈ ਦੇ ਨਾਲ ਕਿਸੇ ਮਾਸੀ ਜੀ ਨੇ ਮਾਸਟਰਸ ਵੀ ਕੀਤੀ ਤਬਲੇ ਵਿੱਚ, ਕਿਸੇ ਨੇ ਵੋਕਲ ਵਿੱਚ ਮਾਸਟਰਸ ਕੀਤੀ। ਮਤਲਬ ਕਿ ਸਾਰਾ ਪਰਿਵਾਰ ਹੀ ਜਿਹੜਾ ਹੈਗਾ ਪਵਨੀਤ ਜੀ ਦਾ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ। ਕਿਉਂਕਿ ਅੱਗੇ ਵੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ, ਤਾਂ ਸਾਡਾ ਮਕਸਦ ਜਿਹੜਾ ਜਾਣਨ ਦਾ ਹੀ ਹੁੰਦਾ ਹੈ ਕਿ ਜਿਹੜੀ ਵੀ ਸ਼ਖਸੀਅਤ ਸੰਗੀਤ ਵੱਲ ਪ੍ਰੇਰਿਤ ਹੁੰਦੀ ਹੈ ਉਹ ਆਪਣੇ ਆਪ ਹੋਈ ਜਾਂ ਪਰਿਵਾਰ ਕਰਕੇ ਹੋਈ। ਤਾਂ ਪਵਨੀਤ ਜੀ ਨੇ ਦੱਸਿਆ ਕਿ ਉਹਨਾਂ ਦਾ ਸਾਰਾ ਪਰਿਵਾਰ ਹੀ ਸੰਗੀਤ ਦੇ ਨਾਲ ਜੁੜਿਆ ਹੋਇਆ ਸੀ, ਨਾਲ ਸਟੱਡੀ ਕਰ ਰਹੇ ਸੀ, ਨਾਲ ਸਾਰੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀਆਂ 5 ਮਾਸੀਆਂ, ਇਹਨਾਂ ਦੇ ਨਾਨਕਾ ਪਰਿਵਾਰ
ਸਾਰਾ ਹੀ ਸੰਗੀਤ ਨਾਲ ਜੁੜਿਆ ਸੀ, ਤਾਂ ਇਹ ਤਾਂ ਬਹੁਤ ਵੱਡੀ ਗੱਲ ਹੈ ਪਵਨੀਤ ਜੀ, ਜਿਹੜਾ ਸਾਰਾ ਰਿਗਾਰਡ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਡੇ ਪਰਿਵਾਰ ਨੂੰ ਜਾਂਦਾ ਹੈ। ਬਿਲਕੁਲ ਜੀ। ਬਿਲਕੁਲ ਜੀ, ਤਾਂ ਬਹੁਤ ਵਧੀਆ ਗੱਲ ਹੈ ਜੀ। ਔਰ ਫਿਰ ਤੁਸੀਂ ਪਵਨੀਤ ਜੀ ਕਿੰਨੀ ਉਮਰ ਦੇ ਸੀਗੇ ਜਦੋਂ ਤੁਹਾਡੇ ਪਰਿਵਾਰ ਨੇ ਤੁਹਾਨੂੰ ਕਿਹਾ ਕਿ ਤੁਸੀਂ, ਪਰਿਵਾਰ ਨੇ ਕਿਹਾ ਜਾਂ ਉਹਨਾਂ ਨੂੰ ਦੇਖ ਕੇ ਤੁਸੀਂ ਆਪ ਉਧਰ ਗਏ, ਹੈ ਨਾ? ਸੋ ਕਿੰਨੀ ਕੁ ਏਜ ਸੀ ਤੁਹਾਡੀ ਜਦੋਂ ਤੁਸੀਂ ਸੰਗੀਤ ਦੀ ਸ਼ੁਰੂਆਤ ਮੈਂ ਕੀਤੀ? ਕਰੀਬ 8 ਸਾਲ ਦੀ ਸੀ, ਕਲਾਸ 4 ਸਟੈਂਡਰਡ ਵਿੱਚ ਸੀ। ਓ ਅੱਛਾ, ਹਾਂਜੀ। ਸਿਰਫ 8 ਸਾਲ ਦੀ ਏਜ ਦੇ ਵਿੱਚ। ਹਾਂਜੀ। ਓ ਵੈਰੀ ਗੁੱਡ ਤੇ ਜੀ। ਮੈਂ ਜਿਵੇਂ ਕਹਿ ਰਹੀ ਹਾਂ ਕਿ ਮੇਰੇ ਮਾਸੀ ਜੀ ਕੀਰਤਨ ਕਰਦੇ ਸੀ ਜਾਂ ਸਿੱਖ ਰਹੇ ਸੀ, ਹਮ। ਤਾਂ ਉਹਨਾਂ ਨੇ ਸਿਮਿਲਰਲੀ ਆਪਣੇ ਬੱਚਿਆਂ ਨੂੰ ਵੀ ਉਸ ਪਾਸੇ ਪਾਇਆ। ਤੇ ਬਿਲਕੁਲ ਜੀ, ਇੱਕ okay। ਦਿਨ ਦੀ ਗੱਲ ਸੀ ਕਿ ਮੈਂ ਆਪਣੇ ਮਾਸੀ ਦੇ ਘਰ ਗਈ ਹੋਈ ਸੀ ਤੇ ਮੇਰੇ ਇੱਥੇ ਉਸਤਾਦ ਜੀ ਉਹਨਾਂ ਦੇ ਬੱਚੇ ਨੂੰ ਸਿਖਾਉਣ ਆਏ ਸੀ। ਓ ਅੱਛਾ ਜੀ। ਤੇ ਐਵੇਂ ਮੇਰੀ ਮੁਲਾਕਾਤ ਮੇਰੇ ਜੋ ਪਹਿਲੇ ਗੁਰੂ ਮਿਥਿਲੇਸ਼ ਸਿੰਘ ਜੀ, ਮਿਥਿਲੇਸ਼ ਸਿੰਘ ਜੀ, ਵਾਹ ਜੀ ਵਾਹ। ਤੇ ਉਹਨਾਂ ਤੋਂ ਮੇਰੀ ਮੁਲਾਕਾਤ ਹੋਈ ਉੱਥੇ। ਤੇ ਮੇਰੇ ਮਾਤਾ ਪਿਤਾ ਨੇ ਕਿਹਾ ਕਿ ਨਹੀਂ, ਤੁਸੀਂ ਇਹਨਾਂ ਨੂੰ ਸਿਖਾਓ, ਉਹਨਾਂ ਨੂੰ ਸੁਣੋ। ਤੇ ਉਹਨਾਂ ਨੇ ਮੈਨੂੰ ਉਹਨਾਂ ਕੋਲ ਭੇਜਿਆ, ਉਹਨਾਂ ਨੇ ਮੈਨੂੰ ਸੁਣਿਆ, ਜਿਵੇਂ ਥੋੜੀ ਬਹੁਤ ਸਰਗਮ ਅਲੰਕਾਰ ਜਿੰਨਾ ਕੁਝ ਮੈਨੂੰ ਉਸ ਟਾਈਮ ਪਤਾ ਸੀ। ਹਾਂਜੀ, ਸਕੂਲ ਲੈਵਲ ਤੇ। ਤੇ ਉਹਨਾਂ ਨੇ ਸੁਣਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਕਿਹਾ ਠੀਕ ਹੈ, ਮੈਂ ਸਿਖਾਵਾਂਗਾ। ਅੱਛਾ, ਦੇਖੋ ਜੀ ਕਿ ਮਤਲਬ ਤੁਹਾਡੀ 8 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਦੇਖਿਆ ਕਿ ਬੱਚੇ ਦਾ ਇੰਟਰਸਟ ਕਿੰਨਾ ਹੈ ਜਾਂ ਕਿੰਨਾ ਕਿ ਇਹਦੇ ਅੰਦਰ ਕੈਪੇਬਿਲਿਟੀ ਹੈਗੀ ਆ। ਸੋ ਉਹਨਾਂ ਨੇ ਪਹਿਲਾਂ ਤੁਹਾਨੂੰ ਸੁਣਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਾਂ ਕੀਤੀ। ਬਿਲਕੁਲ ਜੀ, ਬਿਲਕੁਲ। ਜਿਹੜੇ ਇੱਕ ਕਹਿ ਸਕਦੇ ਆ ਕਿ ਆਪਾਂ ਚੰਗੇ ਉਸਤਾਦ ਹੁੰਦੇ ਆ, ਉਹ ਉਹਨਾਂ ਦਾ ਇਹੀ ਇੱਕ ਸਭ ਤੋਂ ਵੱਡਾ ਹੁੰਦਾ ਕਿ ਉਹਨਾਂ ਨੇ ਪਹਿਲਾਂ, ਆਪਾਂ ਕਹਿੰਦੇ ਆ ਨਾ ਕਿ ਕਿਸੇ ਵੀ ਚੀਜ਼ ਨੂੰ ਪਰਖ ਕੇ ਤੇ ਫਿਰ ਉਹਨੂੰ ਮੌਕਾ ਦੇਣਾ, ਹੈ ਨਾ? ਤਾਂ ਬਹੁਤ ਹੀ ਵਧੀਆ। ਔਰ ਤੁਸੀਂ ਉਸ ਜਿਹੜਾ ਤੁਹਾਨੂੰ ਮੌਕਾ ਮਿਲਿਆ ਉਹਨੂੰ ਤੁਸੀਂ ਪਾਸ ਕੀਤਾ, ਤਾਂ ਤੁਹਾਡੇ ਉਸਤਾਦ ਜੀ ਨੇ ਤੁਹਾਨੂੰ ਹਾਂ ਕੀਤੀ ਸਿੱਖਣ ਲਈ। ਬਹੁਤ ਹੀ ਵਧੀਆ ਗੱਲ ਹੈ ਪਵਨੀਤ ਜੀ। ਔਰ ਤੁਸੀਂ ਜਿਵੇਂ ਸਾਰੇ ਸੁਣ ਹੀ ਰਹੇ ਆ, ਸਾਰੇ ਦਰਸ਼ਕ ਸਾਡੇ ਜਿਹੜਾ ਹੈਗਾ ਪ੍ਰੋਗਰਾਮ ਜੋ ਗਾਵੇ ਪ੍ਰਭ ਕੇ ਗੀਤ ਨੂੰ ਮਾਣ ਰਹੇ ਨੇ, ਤੇ ਦੇਖੋ ਜੀ ਕਿ ਜਿਨ੍ਹਾਂ ਨਾਲ ਅਸੀਂ ਅੱਜ ਗੱਲ ਕਰ ਰਹੇ ਹਾਂ, ਪਵਨੀਤ ਕੌਰ ਜੀ। ਔਰ ਬੜੀ ਹੀ ਸੁਣ ਕੇ ਖੁਸ਼ੀ ਹੋਈ ਕਿ ਸਿਰਫ 8 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸੰਗੀਤ ਦਾ ਸਫ਼ਰ ਸੀ ਸ਼ੁਰੂ ਕੀਤਾ। ਔਰ ਜਦੋਂ ਮਿਥਿਲੇਸ਼ ਸਿੰਘ ਜੀ ਜਿਹੜੇ ਇਹਨਾਂ ਦੇ ਪਹਿਲੇ ਉਸਤਾਦ ਸੀ, ਜਿਨ੍ਹਾਂ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ, ਉਹ ਇਹਨਾਂ ਦੇ ਪਰਿਵਾਰ ਦੇ ਵਿੱਚ ਆਉਂਦੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਦੇਖਿਆ ਕਿ ਇਹ ਸੰਗੀਤ ਦੇ ਨਾਲ ਇਹਨਾਂ ਦਾ ਕਿੰਨਾ ਕੁ ਪ੍ਰੇਮ ਹੈਗਾ, ਤੇ ਫਿਰ ਉਹਨਾਂ ਨੇ ਇਹਨਾਂ ਨੂੰ ਹਾਂ ਕੀਤੀ। ਸੋ ਪਵਨੀਤ ਕੌਰ ਜੀ, ਤੁਸੀਂ ਕਿੰਨੀ ਦੇਰ ਉਹਨਾਂ ਦੇ ਕੋਲ, ਫਿਰ ਉਸਤਾਦ ਜੀ ਕੋਲ ਸਿੱਖਿਆ? ਹਾਂਜੀ, ਪਹਿਲੇ ਮੈਂ ਉਹਨਾਂ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ। ਸ਼ੋਰ ਜੀ, ਤੁਹਾਡੇ ਉਸਤਾਦ ਜੀ ਹੈ, ਮੇਰੇ ਉਸਤਾਦ ਜੀ ਹੈ। ਬਿਲਕੁਲ ਜੀ। ਮੈਂ ਉਹਨਾਂ ਨਾਲ ਬਹੁਤ ਪਿਆਰ ਮੇਰਾ ਹੈਗਾ। ਮੈਂ ਦੱਸ ਨਹੀਂ ਸਕਦੀ ਕਿ ਮੈਂ ਜੋ ਕੁਝ ਵੀ ਹਾਂ ਸਿਰਫ ਉਹਨਾਂ ਦੇ ਬਦੌਲਤ ਹੈਗੀ। ਕੁਝ ਜੋ ਥੋੜਾ ਬਹੁਤ ਜੋ ਮੈਨੂੰ ਆਉਂਦਾ ਹੈ। ਤੇ ਬੇਸਿਕਲੀ ਉਹ 2 ਘਰਾਣੇ ਦੇ ਉਹਨਾਂ ਕੋਲ ਗਾਇਕੀ ਹੈਗੀ ਹੈ, ਰਾਮਪੁਰ ਸਹਿਸਵਨ ਘਰਾਣਾ ਤੇ ਗਵਾਲੀਅਰ। ਹਾਂਜੀ, ਵਾਹ ਜੀ ਵਾਹ। ਤੇ ਦੋਨੋਂ ਘਰਾਣੇ ਦੀ ਗਾਇਕੀ ਦੀ ਥੋੜੀ ਝਲਕ ਉਹਨਾਂ ਨੇ ਮੈਨੂੰ, ਮਤਲਬ ਕਿ ਇੱਕ ਟਾਈਮ ਤੇ ਤੁਸੀਂ 2 ਘਰਾਣਿਆਂ ਦੀ ਜਿਹੜੀ ਸੰਗੀਤ ਦੀ ਸਿੱਖਿਆ ਉਹ ਹਾਸਲ ਕੀਤੀ। ਬਿਲਕੁਲ ਜੀ। ਬਹੁਤ ਹੀ ਖੁਸ਼ਕਿਸਮਤੀ ਦੀ ਗੱਲ ਹੈ ਜੀ ਤੁਹਾਡੇ ਲਈ, ਕਿਉਂਕਿ ਐਵੇਂ ਦਾ ਮੌਕਾ ਵੀ ਹਰ ਇੱਕ ਨੂੰ ਨਹੀਂ ਮਿਲਦਾ ਹੈਗਾ। ਵਾਹ ਜੀ ਵਾਹ। ਤੇ ਉਸ ਤੋਂ ਬਾਅਦ ਜੀ ਮੈਂ ਉਹਨਾਂ ਕੋਲੋਂ, ਮਤਲਬ ਜਿਵੇਂ ਮੈਂ ਆਪਣੀ ਪੜ੍ਹਾਈ ਕਰਦੀ ਸੀ, ਤੇ ਕਲਾਸ 5th ਸਟੈਂਡਰਡ ਵਿੱਚ ਆ ਕੇ ਮੈਂ ਇਲਾਹਾਬਾਦ ਪ੍ਰਯਾਗ ਯੂਨੀਵਰਸਿਟੀ ਵਿੱਚ ਮੈਂ ਪਹਿਲਾ ਫਰਸਟ ਈਅਰ ਆਪਣਾ ਪੜ੍ਹਾਈ ਸ਼ੁਰੂ ਕੀਤੀ ਮਿਊਜ਼ਿਕ ਦੀ। ਹਾਂਜੀ, ਲਾਈਕ ਆਪਣੀ ਰੈਗੂਲਰ ਸਟੱਡੀਜ਼ ਤੋਂ ਇਲਾਵਾ ਮਿਊਜ਼ਿਕ ਦਾ ਮੈਂ ਪਹਿਲਾ ਸਾਲ। ਠੀਕ ਹੈ ਜੀ, ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਉਸਤਾਦ ਜੀ ਕੋਲੋਂ 8-9 ਸਾਲ ਮੈਂ ਸਿੱਖਿਆ। 8-9 ਸਾਲ, ਮਤਲਬ ਕਿ ਤੁਸੀਂ ਆਪਣੇ ਜਿਹੜੇ ਉਸਤਾਦ ਜੀ ਸੀਗੇ ਮਿਥਿਲੇਸ਼ ਸਿੰਘ ਜੀ, ਉਹਨਾਂ ਕੋਲੋਂ ਤੁਸੀਂ 8 ਸਾਲ ਸਿੱਖਿਆ। ਔਰ ਤੁਸੀਂ ਪਵਨੀਤ ਕਹਿ ਰਹੇ ਸੀ ਕਿ ਤੁਸੀਂ ਮਤਲਬ ਕਿ ਤੁਹਾਡੇ ਨਾਨਕੇ ਪਰਿਵਾਰ ਦੇ ਵਿੱਚੋਂ ਆਉਂਦੇ ਸੀ ਟੀਚ ਕਰਨ ਲਈ, ਹੈ ਨਾ? ਬਿਲਕੁਲ ਜੀ। ਤਾਂ ਫਿਰ ਤੁਸੀਂ ਆਪਣੇ ਨਾਨਕੇ ਪਰਿਵਾਰ ਵਿੱਚ ਰਹਿੰਦੇ ਸੀ 8 ਸਾਲ ਜਾਂ ਕੀ? ਮੇਰੇ ਆਪਣੇ ਘਰ ਵਿੱਚ ਹੀ ਫਿਰ ਉਸਤਾਦ ਜੀ ਆਉਣ ਲੱਗੇ। ਅੱਛਾ, ਫਿਰ ਉਸਤਾਦ ਜੀ ਤੁਹਾਨੂੰ ਘਰ ਆ ਕੇ ਮਤਲਬ ਕਿ ਸਿਖਾਉਣ ਲੱਗੇ। ਤੇ ਇੱਥੇ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਾਂਗੀ ਕਿ ਜੋ ਹੁਣ ਅੱਜ ਦੀ ਜਨਰੇਸ਼ਨ ਵਿੱਚ ਜੋ ਗੁਰੂ ਸ਼ਿਸ਼ਯ ਪਰੰਪਰਾ, ਉਹ ਚੀਜ਼ ਹੁਣ ਸਾਨੂੰ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ। ਬਿਲਕੁਲ ਜੀ। ਉਸ ਟਾਈਮ ਵਿੱਚ ਇੱਕ ਹੁੰਦਾ ਨਾ, ਇੱਕ ਗੁਰੂ ਔਰ ਸ਼ਿਸ਼ਯ ਦਾ ਜੋ ਇੱਕ ਮਿਲਾਪ ਹੁੰਦਾ ਹੈ, ਸ਼ਾਗਿਰਦ ਕਰਕੇ ਅਸੀਂ ਬੈਠ ਕੇ ਸਿੱਖਣਾ। ਬਿਲਕੁਲ ਜੀ। ਨਾ ਟਾਈਮ ਦਾ ਪਾਬੰਦੀ ਨਹੀਂ, ਨਾ ਟਾਈਮ ਨੂੰ ਦੇਖ ਕੇ ਨਹੀਂ ਸਿਖਾਉਣਾ, ਉਹ ਚੀਜ਼ ਨਹੀਂ ਉੱਥੇ ਉਸ ਟਾਈਮ ਹੁੰਦੀ ਸੀ। ਨਹੀਂ ਤਾਂ ਦੇਖੋ ਜੀ, ਆਪਾਂ ਕਹਿੰਦੇ ਆ ਕਿ ਅੱਜ ਕੱਲ ਜੇ ਆਪਾਂ ਕੋਈ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਲੈਣੀ ਹੋਵੇ, ਤਾਂ ਆਪਾਂ ਨੂੰ ਸਮਾਂ ਮਿੱਥਿਆ ਜਾਂਦਾ ਹੈ। ਬਿਲਕੁਲ, ਕਿ ਤੁਸੀਂ ਇੰਨੀ ਦੇਰ ਤੋਂ ਇੰਨੀ ਦੇਰ ਆ ਸਕਦੇ ਹੋ, ਸਿੱਖ ਸਕਦੇ ਹੋ। ਔਰ ਕਿੱਥੇ ਤਾਂ ਤੁਹਾਡੇ ਉਸਤਾਦ ਜੀ ਤੁਹਾਡੇ ਘਰ ਆ ਕੇ ਤੁਹਾਨੂੰ ਸਿਖਾ ਰਹੇ ਆ। ਔਰ ਦੂਜੀ ਗੱਲ, ਸਮੇਂ ਦੀ ਕੋਈ ਪਾਬੰਦੀ ਨਹੀਂ। ਬਿਲਕੁਲ ਜੀ, ਤੁਸੀਂ ਜਿੰਨੀ ਵੀ ਉਹਨਾਂ ਦੀ ਉਸਤਤ ਕੀਤੀ, ਆਈ ਥਿੰਕ ਘੱਟ ਹੈ ਹਲੇ ਵੀ,
ਬਿਲਕੁਲ ਕਿਉਂਕਿ ਜੀ। ਐਵੇਂ ਦੇ ਉਸਤਾਦ ਔਰ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਸਿਖਾਉਣ ਦਾ ਜਿਹੜਾ ਬੱਚੇ ਨੂੰ ਆਪਣੇ ਸ਼ਾਗਿਰਦ ਨੂੰ ਸਿਖਾਉਣ ਦੀ ਜਿਹੜੀ ਚਾਹਨਾ ਕਿ ਸਮੇਂ ਦੀ ਕੋਈ ਪਾਬੰਦੀ ਨਹੀਂ। ਹਾਂਜੀ ਸੋ ਇਹ ਬਹੁਤ ਹੀ ਵਧੀਆ, ਸਾਨੂੰ ਸੁਣ ਕੇ ਵੀ ਬਹੁਤ ਖੁਸ਼ੀ ਹੋਈ ਪਵਨੀਤ ਜੀ ਕਿ ਤੁਸੀਂ ਕਿੰਨੇ ਭਾਗਾਂ ਵਾਲੇ ਹੋ ਕਿ ਤੁਹਾਡੇ ਉਸਤਾਦ ਜੀ ਤੁਹਾਨੂੰ ਘਰ ਆ ਕੇ, ਨਹੀਂ ਤਾਂ ਕਹਿੰਦੇ ਹੁੰਦੇ ਆ ਕਿ ਪਿਆਸਾ ਖੂਹ ਦੇ ਕੋਲ ਜਾਂਦਾ, ਹਾਂਜੀ ਔਰ ਤੁਹਾਡੀ ਜਿਹੜੀ ਹੈਗੀ ਹੈ ਕਿ ਖੂਹ ਤੁਹਾਡੇ ਕੋਲ ਆ ਕੇ ਚੱਲ ਕੇ ਬਿਲਕੁਲ ਆਂਦਾ ਜੀ। ਸੀ, ਹੈਨਾ। ਤੇ ਹੋਰ ਗੱਲ ਕਿ ਉਸ ਟਾਈਮ ਤੇ ਮੈਂ 5-5 ਘੰਟੇ ਉਸਤਾਦ ਜੀ 5 ਘੰਟੇ ਮੈਂ ਤੁਸੀਂ ਰਿਆਜ਼ ਕਰਦੀ ਸੀ ਉਹਨਾਂ ਦੇ ਨਾਲ ਬੈਠ ਕੇ। ਵਾਹ ਇਹ ਜੀ ਬਹੁਤ ਵਾਹ। ਵੱਡੀ ਗੱਲ ਹੈ ਜੋ ਅੱਜ ਬਹੁਤ ਦੇ ਵੱਡੀ ਟਾਈਮ ਗੱਲ ਵਿੱਚ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਬਹੁਤ ਘੱਟ ਬਹੁਤ ਘੱਟ ਹੈ ਜੀ, ਬਹੁਤ ਘੱਟ ਹੈ। ਸਮੇਂ ਦੇ ਨਾਲ ਹੀ ਅੱਜ ਕੱਲ ਤਾਂ ਕਹਿੰਦੇ ਆ ਕਿ ਹਰ ਕੋਈ ਸਮੇਂ ਦੇ ਨਾਲ ਬੰਨਿਆ ਹੋਇਆ, ਹਾਂਜੀ ਹੈਨਾ, ਸਮੇਂ ਦੇ ਨਾਲ ਚੱਲਦਾ। ਤਾਂ ਬਹੁਤ ਸੁਣ ਕੇ ਖੁਸ਼ੀ ਹੋਈ। 8 ਸਾਲ ਦੀ ਉਮਰ ਦੇ ਵਿੱਚ ਸਟਾਰਟ ਕਰਕੇ ਤੇ 8 ਸਾਲ ਤੁਸੀਂ ਉਹਨਾਂ ਕੋਲੋਂ ਸਿੱਖਿਆ। ਬਿਲਕੁਲ ਜੀ। ਬਹੁਤ ਹੁਣ ਵਧੀਆ। ਤੱਕ ਸਿੱਖ ਰਹੀ ਹਾਂ। ਹੁਣ ਤੱਕ ਬਿਲਕੁਲ ਜੀ, ਕਿਉਂਕਿ ਬਿਲਕੁਲ। ਸਿੱਖਿਆ ਜਿਹੜੀ ਆ ਉਹ ਕਹਿੰਦੇ ਕਦੀ ਵੀ ਪੂਰੀ ਨਹੀਂ ਹੁੰਦੀ। ਤੇ ਪਵਨੀਤ ਜੀ ਫਿਰ ਤੁਹਾਡੇ ਕਿਉਂਕਿ ਨਾਨਕੇ ਪਰਿਵਾਰ ਵਿੱਚ ਤਾਂ ਸਾਰੇ ਜੁੜੇ ਹੋਏ ਸੀ, ਤੁਹਾਡੇ ਇੱਧਰ ਤੁਹਾਡੇ ਮੰਮੀ ਪਾਪਾ ਹਾਂਜੀ। ਜਾਂ ਇਹਨਾਂ ਨਾਲ ਇਹ ਵੀ ਕੋਈ ਹੈਗੇ ਸੰਗੀਤ ਹਾਂਜੀ, ਨਾਲ? ਮੰਮੀ ਮੇਰੇ 뮤직 ਟੀਚਰ ਹੈਗੇ ਨੇ। ਵਾਹ ਜੀ ਵਾਹ। ਹਾਂਜੀ ਉਹਨਾਂ ਨੇ ਇਕਨੋਮਿਕ ਆਨਰਸ ਵਿੱਚ ਮਾਸਟਰਸ ਕੀਤੀ ਸੀ ਹਾਂ। ਤੇ ਉਹਨਾਂ ਨੇ ਫਿਰ 뮤직 ਵਿੱਚ ਤੇ ਸ਼ੌਕ ਸੀਗਾ ਉਹਨਾਂ ਦਾ ਤੇ ਉਹਨਾਂ ਨੇ ਮੈਰਿਜ ਤੋਂ ਬਾਅਦ ਆਪਣੀ ਬੈਚਲਰਸ ਪੂਰੀ ਕੀਤੀ 뮤직 ਵਿੱਚ। ਅੱਛਾ ਹਾਂਜੀ ਮਤਲਬ ਜਿਹੜੀ ਇਕਨੋਮਿਕਸ ਸੀਗੀ ਕੀਤੀ, ਉਹਨਾਂ ਨੇ ਹਾਂਜੀ। ਮਾਸਟਰਸ ਜਿਹੜੀ ਇਕਨੋਮਿਕਸ ਦੇ ਵਿੱਚ ਕੀਤੀ, ਉਹਨੂੰ ਹਾਂਜੀ। ਸਾਈਡ ਤੇ ਰੱਖ ਕੇ ਸਾਈਡ ਤੇ ਰੱਖਤਾ। ਦੇਖ ਲਓ ਜੀ, ਇਹ ਵੀ ਦੇਖੋ ਤੁਸੀਂ ਕਿੱਡੀ ਸਾਨੂੰ ਜਿਹੜਾ ਇਨਸਪਾਇਰ ਕਰਨ ਵਾਲੀ ਕਿੱਡੀ ਵਧੀਆ ਗੱਲ ਦੱਸੀ ਹੈ ਕਿ ਕਈ ਵਾਰੀ ਅਸੀਂ ਕੀ ਕਰਦੇ ਆ ਕਿ ਅਸੀਂ ਇੱਕ ਫੀਲਡ ਵਿੱਚ ਸਟੱਡੀ ਕਰ ਲੈਂਦੇ ਆ ਔਰ ਸਾਨੂੰ ਲੱਗਦਾ ਹੈ ਕਿ ਨਹੀਂ, ਭਾਵੇਂ ਸਾਡਾ ਸ਼ੌਂਕ ਕੁਝ ਹੋਰ ਸੀ, ਸਾਡਾ ਐਂਬੀਸ਼ਨ ਕੁਝ ਹੋਰ ਸੀ, ਕਿਉਂਕਿ ਮੈਂ ਇਸ ਫੀਲਡ ਦੇ ਵਿੱਚ ਡਿਗਰੀ ਲੈ ਲਈ ਹੈ ਤਾਂ ਨਹੀਂ, ਹੁਣ ਤਾਂ ਮੈਨੂੰ ਇੱਧਰ ਹੀ ਜਾਣਾ ਪਏਗਾ। ਹਾਂਜੀ ਔਰ ਤੁਹਾਡੇ ਮੰਮੀ, ਤੁਸੀਂ ਵਾਕਈ ਹੀ ਵਾਰ-ਵਾਰ ਮੇਰੇ ਮੂੰਹ 'ਚ ਜਿਹੜੀ ਗੱਲ ਨਿਕਲ ਰਹੀ ਹੈ ਕਿ ਕਿੱਡੇ ਭਾਗਾਂ ਵਾਲੇ ਹੋ ਕਿ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਕਿੰਨਾ ਇਨਸਪਾਇਰ ਕੀਤਾ ਬਿਲਕੁਲ ਕਿ ਉਹਨਾਂ ਨੇ ਆਪਣੀ ਜਿਹੜੀ ਇਕਨੋਮਿਕਸ ਦੀ ਜਿਹੜੀ ਮਾਸਟਰ ਸੀਗੀ ਉਹਦੀ ਡਿਗਰੀ ਸਾਈਡ ਤੇ ਰੱਖ ਕੇ ਉਹਨਾਂ ਨੇ ਬੈਚਲਰ ਆਫ 뮤직 ਦੀ ਜਿਹੜੀ ਹੈਗੀ ਹੈ ਡਿਗਰੀ ਲਈ ਔਰ ਹੁਣ ਜਿਹੜੇ ਹੈ 뮤직 ਟੀਚਰ ਨੇ। 뮤직 ਟੀਚਰ। ਤੇ ਫਿਰ ਪਵਨੀਤ ਉਸਤਾਦ ਜੀ ਦਾ ਤੁਹਾਡੇ ਕੋਲ ਆਉਂਦੇ ਸੀ ਸਿਖਾਉਣ, ਫਿਰ ਤਾਂ ਤੁਹਾਡੇ ਮਾਤਾ ਜੀ ਵੀ ਬਹੁਤ ਹੈਲਪ ਕਰਦੇ ਹੋਣਗੇ ਤੁਹਾਡੀ। ਬਿਲਕੁਲ ਮਤਲਬ ਕਿ ਇੱਕ ਉਸਤਾਦ ਤੁਹਾਨੂੰ 5 ਘੰਟੇ ਲਈ ਸਿਖਾਉਣ ਆਉਂਦੇ ਸੀ ਤੇ ਇੱਕ ਉਸਤਾਦ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਸੀ। ਬਿਲਕੁਲ ਜੀ। ਵਾਹ ਜੀ ਵਾਹ, ਤੇ ਬਹੁਤ ਹੋਰ ਹੀ ਗੱਲ ਕਿ ਜਿਵੇਂ ਮੇਰੇ ਨਾਨਕੇ ਵਿੱਚ ਵੀ ਮੇਰੀ ਮਾਸੀਆਂ, ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਮੇਰੇ ਤੇ। ਬਿਲਕੁਲ ਬਹੁਤ ਜੀ। ਗਾਈਡੈਂਸ ਮਿਲੀ ਹੈ ਮੈਨੂੰ, ਜਿਵੇਂ ਵੀ ਮੈਂ ਕਿੱਥੇ ਪਰਫਾਰਮ ਕਰਨਾ ਹੈ, ਕੀਰਤਨ ਕਰਨਾ ਹੈ, ਚਾਹੇ ਘਰ ਵਿੱਚ ਕਰਨਾ ਹੈ, ਚਾਹੇ ਗੁਰਦੁਆਰੇ ਵਿੱਚ ਕਰਨਾ ਹੈ, ਤੇ ਬਹੁਤ ਤਰ੍ਹਾਂ ਦੀ ਗਾਈਡੈਂਸ ਮਿਲਦੀ ਸੀ ਮਾਸੀ ਕੋਲੋਂ ਮੈਨੂੰ। ਵਾਹ ਜੀ ਵਾਹ, ਮਤਲਬ ਕਿਸ ਕਿ ਤਰ੍ਹਾਂ ਤੁਹਾਡਾ ਤਾਂ ਕਹਿ ਸਕਦੇ ਹਾਂ ਕਿ ਉਸਤਾਦਾਂ ਨੇ ਜਿਹੜਾ ਇੱਕ ਇਕੱਠ ਸੀਗਾ, ਜਿਹੜਾ ਗਰੁੱਪ ਸੀਗਾ ਤੁਹਾਡੇ ਉੱਤੇ ਖੜਾ ਸੀ ਤੁਹਾਨੂੰ ਗਾਈਡ ਕਰਨ ਬਿਲਕੁਲ ਲਈ। ਜੀ ਬਿਲਕੁਲ। ਬਹੁਤ ਹੀ ਕਹਿੰਦੇ ਹੁੰਦੇ ਆ ਕਿ ਐਵੇਂ ਦਾ ਮਾਹੌਲ ਜਿਹੜਾ ਹੈਗਾ ਹਰ ਇੱਕ ਨੂੰ ਨਹੀਂ ਨਹੀਂ ਮਿਲਦਾ। ਮਿਲਦਾ। ਕਈ ਅਸੀਂ ਸੁਣਦੇ ਆ ਕਿ ਕਹਿੰਦੇ ਆ ਕਿ ਹਾਂ ਮੈਂ ਇੱਧਰ ਜਾਣਾ ਚਾਹੁੰਦਾ ਸੀ ਜਾਂ ਮੈਂ ਸੰਗੀਤ ਵਾਲੇ ਪਾਸੇ ਜਾਣਾ ਚਾਹੁੰਦਾ ਸੀ, ਕਈ ਪੇਰੈਂਟਸ ਹੀ ਨਹੀਂ ਅਲਾਉ ਕਰਦੇ ਬੱਚਿਆਂ ਨੂੰ, ਹਾਂਜੀ। ਕਿ ਕਈ ਤਾਂ ਇਹ ਸੋਚ ਕੇ ਕਹਿੰਦੇ ਆ ਕਿ ਕੀ ਇੱਧਰ ਭਵਿੱਖ ਕੀ ਹੈ, ਹਮ। ਉਹ ਵਾਲੇ ਰਸਤਾ ਚੁਣੋ ਜਿੱਧਰ ਤੁਹਾਨੂੰ ਲੱਗੇ ਕਿ ਹਾਂ ਇੱਧਰ ਤੁਹਾਡਾ ਕੋਈ ਸਕੋਪ ਹੈਗਾ, ਤੁਹਾਨੂੰ ਜੌਬ ਮਿਲੇਗੀ, ਬਿਲਕੁਲ ਬਿਲਕੁਲ ਜੀ। ਹਨਾ। ਖਾਸ ਤੌਰ ਤੇ ਮੈਂ ਜਿਹੜਾ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਹੈ ਕਿ ਹਰ ਕੋਈ ਇੰਜੀਨੀਅਰਿੰਗ ਕਰਨੀ ਹੈ ਜੀ, ਡਾਕਟਰ ਬਣਨਾ ਹੈ ਬਿਲਕੁਲ। ਜਾਂ ਮੈਡੀਕਲ ਸਾਇੰਸ ਇਸ ਕਰ ਗੱਲ ਤੋਂ ਜਾਓ। ਮੈਨੂੰ ਇੱਕ ਹੋਰ ਗੱਲ ਯਾਦ ਆਈ ਕਿ ਮੇਰੀ ਦੀਦੀ, ਮੇਰੇ ਵੱਡੇ ਸਿਸਟਰ, ਉਹਨਾਂ ਨੇ ਸਾਇੰਸ ਸਟਰੀਮ ਲਿੱਤੀ ਸੀ। ਉਹ ਅੱਛਾ ਜੀ। ਤੇ ਮੈਂ ਵੀ ਆਪਣੇ ਟਾਈਮ ਤੇ 12th ਤੱਕ ਮੈਂ ਬਹੁਤ ਅੱਛੀ ਸਟੂਡੈਂਟ ਸੀ ਤੇ ਮੇਰਾ ਵੀ ਸਕੋਪ ਅੱਗੇ ਬਿਲਕੁਲ ਉਸ ਟਾਈਮ ਤੇ ਨਹੀਂ ਸੀ ਕਿ ਮੈਂ 뮤직 ਵਿੱਚ ਆਣਾਂਗੀ, ਬਟ ਮੇਰੇ ਮੰਮੀ ਪਾਪਾ ਦਾ ਸਪੋਰਟ ਸੀ। ਉਹਨਾਂ ਨੇ ਕਿਹਾ ਸੀ ਜਿਸ ਵਿੱਚ ਤੂੰ ਕੀਤਾ ਹੈ, ਤੂੰ ਬਚਪਨ ਤੋਂ ਤੂੰ ਸਿੱਖਿਆ ਹੈ, ਤੂੰ ਉਸੇ ਵਿੱਚ ਅੱਗੇ ਜਾ। ਦੇਖੋ ਤੇ ਹਰ ਚੀਜ਼ ਤੇ ਉਹਨਾਂ ਦਾ ਮੈਨੂੰ ਹਨਾ, ਕਿਉਂਕਿ ਤੁਹਾਡੇ ਸਿਸਟਰ ਸੀਗੇ, ਉਹਨਾਂ ਦਾ ਡਿਫਰੈਂਟ ਸੀਗਾ ਹਾਂਜੀ। ਫੀਲਡ, ਹਾਂਜੀ। ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਛੋਟੇ ਹੁੰਦੇ ਹੀ ਸਾਡੇ ਮਨ ਚ ਆਉਂਦਾ ਹੈ ਕਿ ਇਹਨਾਂ ਨੇ ਤਾਂ ਮਤਲਬ ਕਿ ਉਹ ਸਟੱਡੀ ਕੀਤੀ ਹੈ ਕਿ ਜਿਹੜੀ ਅੱਗੇ ਬਹੁਤ ਸਕੋਪ ਨੇ, ਹਾਂਜੀ ਹਾਂਜੀ ਔਰ ਮੈਂ ਉਧਰ ਜਾ ਰਹੀ ਹਾਂ ਜਿੱਧਰ ਸਕੋਪ ਆਈ ਥਿੰਕ ਖਾਸ ਤੌਰ ਤੇ ਆਪਾਂ ਕਹਿ ਸਕਦੇ ਲੇਡੀਜ਼ ਲਈ, ਬਿਲਕੁਲ ਜੀ, ਰਾਈਟ, ਬਿਲਕੁਲ। ਇਨ ਗੁਰਮਤ ਸੰਗੀਤ, In ਨਾਟ ਇਨ 뮤직, Yeah. ਇਨ ਗੁਰਮਤ ਸੰਗੀਤ ਜਿਹੜਾ ਸਕੋਪ ਘੱਟ ਹੈ। ਹਾਂਜੀ। ਸੋ ਕਿਉਂਕਿ ਇਹਦੇ ਬਾਰੇ ਥੋੜੀ ਜਿਹੀ ਆਪਾਂ ਵਿਚਾਰ ਵਟਾਂਦਰਾ ਜਿਹੜਾ ਵੱਧ ਕਰਾਂਗੇ ਹਾਂਜੀ। ਅੱਗੇ ਜਾ ਕੇ। ਠੀਕ ਹੈ ਸੋ ਜੀ। ਜਿਹੜੀ ਹੈਗੀ ਹੈ ਕਿ ਪਵਨੀਤ ਪਰਿਵਾਰ ਦਾ ਤਾਂ ਤੁਹਾਡਾ ਜਿਹੜਾ ਮੈਂ ਸੁਣ ਕੇ ਸੀਰੀਅਸਲੀ ਕਿ ਬਹੁਤ ਮੈਨੂੰ ਖੁਸ਼ੀ ਹੋਈ ਕਿ ਤੁਹਾਡੇ ਪਰਿਵਾਰ ਦਾ ਕਿੰਨਾ ਯੋਗਦਾਨ ਰਿਹਾ, ਬਿਲਕੁਲ ਹੈਨਾ। ਜੀ। ਸੋ ਪਰਿਵਾਰ ਤੋਂ ਬਿਨਾਂ ਤੁਸੀਂ ਹੋਰ ਵੀ ਇਹੋ ਜਿਹੇ ਸੰਗੀਤਕਾਰ ਜਾਂ ਕੀਰਤਨਕਾਰ ਜਿਹੜੇ ਤੁਹਾਨੂੰ ਲੱਗਦਾ ਸੀ ਕਿ ਮੈਂ ਇਹਨਾਂ ਨੂੰ ਸੁਣਨਾ ਹੈ ਔਰ ਮੈਂ ਜਿਹੜਾ ਐਵੇਂ ਦਾ ਜਿਹੜਾ ਕੀਰਤਨ ਹੈ ਜਾਂ ਹਾਂਜੀ। ਐਵੇਂ ਦਾ ਸੰਗੀਤ ਜਿਹੜਾ ਹੈ ਮੈਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ?
ਬਿਲਕੁਲ So, ਜੀ। ਤੇ ਮੈਂ ਹੁਣ ਅੱਗੇ ਥੋੜਾ ਆਪਣੀ ਜਰਨੀ ਬਾਰੇ ਦੱਸਣਾ ਚਾਹਾਂਗੀ ਕਿ ਜਦ 12ਵੀਂ ਤੋਂ ਬਾਅਦ 12th ਤੱਕ ਮੈਂ ਆਪਣੀ ਬੈਚਲਰਸ ਕੰਪਲੀਟ ਕੀਤੀ ਸੀ ਇਲਾਹਾਬਾਦ ਪ੍ਰਯਾਗ ਯੂਨੀਵਰਸਿਟੀ ਤੋਂ। ਇਲਾਹਾਬਾਦ, ਹਾਂਜੀ ਓਕੇ ਜੀ। ਤੇ ਬੈਚਲਰਸ ਵਿੱਚ ਆ ਕੇ ਜਦ ਮੈਂ ਆਪਣਾ ਪ੍ਰੋਪਰ ਕਿੰਨੀ ਏਜ ਵਿੱਚ ਤੁਸੀਂ ਕਹਿ ਰਹੇ ਸੀ? ਆਪਣੀ ਆਪਣਾ ਇਲਾਹਾਬਾਦ ਪ੍ਰਯਾਗ ਯੂਨੀਵਰਸਿਟੀ ਮੈਂ 11th ਵਿੱਚ ਸੀ। 11th ਦੇ ਵਿੱਚ ਬੈਚਲਰ ਕਰ ਲਈ ਸੀ। ਹਾਂਜੀ। ਸੋ ਦੇਖ ਲਓ ਕਿ ਨਾਲ ਨਾਲ ਇੱਧਰ ਵੀ ਸਟੱਡੀ ਚੱਲ ਰਹੀ ਹੈ ਔਰ ਨਾਲ ਨਾਲ ਦੋ ਆਪਾਂ ਕਹਿ ਰਹੇ ਹਾਂ ਕਿ ਜੇ ਇੱਕ ਸਟੱਡੀ ਇੱਕ ਸਾਈਡ ਤੇ ਵੀ ਜਾਣਾ ਹੋਵੇ ਤੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਬੜਾ ਪੜ੍ਹਨਾ ਪੈਣਾ, ਔਰ ਜੇ ਸਾਡੇ ਮਨ 'ਚ ਕਿਤੇ ਵੀ ਇਹ ਸਾਨੂੰ ਲੱਗਦਾ ਹੈ ਕਿ ਜਿਹੜੀ ਸੰਗੀਤ ਦੀ ਸਿੱਖਿਆ ਅਸੀਂ ਸਾਈਡ ਤੇ ਲੈ ਸਕਦੇ ਹਾਂ ਤਾਂ ਇਹ ਬਹੁਤ ਹੀ ਔਖਾ ਕੰਮ ਹੈ, ਸੌਖਾ ਨਹੀਂ ਹੈ। ਪਤਾ ਨਹੀਂ ਕਿੰਨਾ ਰਿਆਜ਼ ਕਰਨਾ ਪੈਂਦਾ ਹੈ। ਔਰ ਇਹ ਨਾਲ ਨਾਲ ਆਪਣੀ ਸਟੱਡੀ ਕਰ ਰਹੇ ਸੀ ਔਰ ਨਾਲ ਨਾਲ ਬੈਚਲਰ ਵੀ ਕੀਤੀ। ਸੋ ਇਹ ਦੱਸ ਰਹੇ ਕਿ ਬਹੁਤ ਛੋਟੀ ਉਮਰ ਦੇ ਵਿੱਚ ਇਹ ਹਾਂਜੀ ਬੈਚਲਰ ਕਰ ਚੁੱਕੇ ਸੀ। ਤਾਂ ਸਾਡਾ ਜਿਹੜਾ ਹੈਗਾ ਪ੍ਰੋਗਰਾਮ ਦਾ ਜਿਹੜਾ ਸਿਲਸਿਲਾ ਹੈ ਜੀ ਐਵੇਂ ਚੱਲਦਾ ਰਹੇਗਾ। ਅਸੀਂ ਪਵਨੀਤ ਕੌਰ ਨਾਲ ਗੱਲ ਕਰਦੇ ਰਵਾਂਗੇ। ਤਾਂ ਮਿਲਦੇ ਹਾਂ ਜੀ ਤੁਹਾਨੂੰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੇ ਵਿੱਚ ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਸਿੱਖਿਆ ਗ੍ਰਹਿਣ ਕੀਤੀ ਹੋਈ ਹੈ, ਉਹਨਾਂ ਦੇ ਨਾਲ ਸਾਡਾ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ। ਤਾਂ ਜਿਵੇਂ ਪਵਨੀਤ ਨੇ ਦੱਸਿਆ ਕਿ ਉਹਨਾਂ ਨੂੰ ਪਰਿਵਾਰ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਸਪੋਰਟ ਮਿਲੀ ਕਿ ਉਹਨਾਂ ਦਾ ਸਾਰਾ ਪਰਿਵਾਰ, ਨਾਨਕੇ ਪਰਿਵਾਰ, ਈਵਨ ਕਿ ਉਹਨਾਂ ਦੇ ਮਾਤਾ ਜੀ ਔਰ ਉਹਨਾਂ ਦੇ ਉਸਤਾਦ ਜੀ ਜਿਹੜੇ ਸੀ ਕਿ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇ ਰਹੇ ਸੀ। ਤਾਂ ਪਵਨੀਤ ਜੀ, ਕਿਉਂਕਿ ਤੁਸੀਂ ਸਾਰੀ ਸਾਨੂੰ ਆਪਣੀ ਜਿਹੜੀ ਹੈਗੀ ਆ ਇਨਫੋਰਮੇਸ਼ਨ ਪਰਿਵਾਰ ਬਾਰੇ ਤੁਹਾਨੂੰ ਕਿੰਨੀ ਸਪੋਰਟ ਮਿਲੀ ਦੱਸਿਆ, ਆਪਣੇ ਉਸਤਾਦ ਜੀ ਬਾਰੇ ਤੁਸੀਂ ਦੱਸਿਆ ਕਿ ਤੁਸੀਂ ਉਹਨਾਂ ਦੀ ਕਿੰਨੀ ਰਿਸਪੈਕਟ ਕਰਦੇ ਹੋ, ਕਿੰਨਾ ਉਹਨਾਂ ਨੇ ਤੁਹਾਨੂੰ ਸਪੋਰਟ ਕੀਤਾ, ਹਨਾ? ਹਾਂਜੀ। ਤੁਹਾਡੇ ਮੰਮਾ ਨੇ ਤੁਹਾਨੂੰ ਕਿੰਨਾ ਸਪੋਰਟ ਕੀਤਾ। ਤੇ ਉਸ ਤੋਂ ਬਿਨਾਂ ਕੋਈ ਹੋਰ ਵੀ ਤੁਹਾਨੂੰ ਲੱਗਦਾ ਹੈ ਕਿ ਐਵੇਂ ਦੇ ਮਤਲਬ ਕਿ ਸੰਗੀਤਕਾਰ ਜਾਂ ਕੀਰਤਨਕਾਰ ਜਿਨ੍ਹਾਂ ਨੂੰ ਤੁਸੀਂ ਸੁਣਦੇ ਸੀ ਜਾਂ ਜਿਨ੍ਹਾਂ ਨੂੰ ਹਲੇ ਵੀ ਤੁਸੀਂ ਬਹੁਤ ਸੁਣਦੇ ਹੋ ਔਰ ਤੁਹਾਡਾ ਸੀਗਾ ਕਿ ਮੈਂ ਜਿਹੜਾ ਹੈਗਾ ਐਵੇਂ ਦਾ ਸੰਗੀਤ ਜਿਹੜਾ ਹੈਗਾ ਆਪਣਾ ਸਿੱਖਣਾ ਚਾਹੁੰਦੀ ਹਾਂ ਜਾਂ ਹਨਾ? ਜੇ ਅਸੀਂ ਗੁਰਮਤਿ ਸੰਗੀਤ ਦੀ ਗੱਲ ਕਰੀਏ ਉਸ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜੀ, ਵਾਹ ਜੀ ਵਾਹ, ਬਹੁਤ ਹੀ ਨਾਮਵਰ ਸ਼ਖਸੀਅਤ ਜਿਹੜੀ ਆਪਾਂ ਕਹਿ ਸਕਦੇ ਹਾਂ। ਹਾਂਜੀ, ਬਹੁਤ ਮੈਂ ਬਹੁਤ ਸੁਣਿਆ। ਤੇ ਇੱਕ ਬੀਬੀ ਜਸਵਿੰਦਰ ਕੌਰ ਜੀ ਜਿਹੜੀ, ਉਹਨਾਂ ਨੂੰ ਮੈਂ ਮਤਲਬ ਥੋੜਾ ਮੈਂ ਉਹਨਾਂ ਨੂੰ ਰੇਡੀਓ ਤੇ ਸੁਣਿਆ ਸੀ ਗੁਰਮਤਿ। ਹਾਂਜੀ, ਓਕੇ। ਤੇ ਉਸ ਤੋਂ ਬਾਅਦ ਮੈਨੂੰ ਬੜਾ ਤਲਬ ਹੋਈ ਕਿ ਮੈਂ ਉਹਨਾਂ ਤੋਂ ਸਿੱਖਾਂ। ਬਟ ਇੱਕ ਵਾਰੀ ਮੈਂ ਉਹਨਾਂ ਕੋਲ ਪਹੁੰਚੀ ਵੀ, ਇਹ ਚੀਜ਼ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗੀ। ਮੈਂ ਪਹੁੰਚੀ ਵੀ ਉਹਨਾਂ ਕੋਲੋਂ, ਉਹ ਮਾਤਾ ਸੁੰਦਰੀ ਅਕੈਡਮੀ ਵਿੱਚ, ਦਿੱਲੀ ਮਾਤਾ ਸੁੰਦਰੀ ਅਕੈਡਮੀ, ਓਕੇ ਸੀ, ਉੱਥੇ ਉਹ ਸਿਖਾਉਂਦੇ ਸੀ। ਬਟ ਕਿਸੇ ਤਰ੍ਹਾਂ ਮੇਰਾ ਉਹਨਾਂ ਦੇ ਨਾਲ ਮਤਲਬ ਰਾਬਤਾ ਨਹੀਂ ਕਾਇਮ ਹੋਇਆ। ਠੀਕ ਹੈ ਜੀ। ਫਿਰ 2 ਸਾਲ ਬਾਅਦ ਜਦ ਮੈਂ ਆਪਣੀ ਬੈਚਲਰਸ ਕਰਦੀ ਪਈ ਸੀ, ਆਫਟਰ ਸਕੂਲਿੰਗ ਮੈਂ ਜਦ ਆਪਣੀ ਬੈਚਲਰਸ ਵਿੱਚ ਆਈ, ਉਸ ਤੋਂ ਬਾਅਦ ਉੱਥੇ ਬੈਚਲਰਸ ਦੇ ਨਾਲ ਨਾਲ ਮੈਨੂੰ ਆਪਣਾ ਹਿੰਦੁਸਤਾਨੀ ਰਾਗ ਜਦ ਮੈਂ ਸਿੱਖ ਰਹੀ ਸੀ, ਉਸ ਤੋਂ ਨਾਲ ਨਾਲ ਮੈਨੂੰ ਲੱਗੇ ਕਿ ਨਹੀਂ, ਮੈਨੂੰ ਗੁਰਮਤਿ ਦੇ ਰਾਗਾਂ ਦਾ ਵੀ ਸਿੱਖਣਾ। ਹਾਂਜੀ, ਕਿਉਂਕਿ ਹਿੰਦੁਸਤਾਨੀ ਤੇ ਮੈਂ ਸਟਾਰਟਿੰਗ ਤੋਂ ਹੀ ਸਿੱਖ ਹੀ ਰਹੀ ਸੀ। 8 ਸਾਲ ਤੋਂ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਹੈਗੀ ਆ ਇੰਡੀਅਨ ਕਲਾਸੀਕਲ ਤੁਸੀਂ ਸਿੱਖਣਾ ਸ਼ੁਰੂ ਕੀਤਾ। ਹਾਂਜੀ, ਓਕੇ। ਤੇ ਬੈਚਲਰਸ ਵਿੱਚ ਫਿਰ ਮੈਂ ਆਪਣਾ ਗੁਰਮਤਿ ਸੰਗੀਤ ਦਾ ਮੈਂ ਉਸੇ ਟਾਈਮ ਮੈਨੂੰ ਧਿਆਨ ਆਇਆ ਕਿ ਨਹੀਂ, ਮੈਨੂੰ ਸਿੱਖਣਾ ਹੈ। ਤੇ ਮੇਰੇ ਮਨ ਵਿੱਚ ਸੀ ਕਿ ਮੈਂ ਬੀਬੀ ਜਸਵਿੰਦਰ ਕੌਰ ਜੀ ਕੋਲੋਂ ਜਾ ਕੇ ਹੀ ਸਿੱਖਣਾ। ਤੇ ਮੈਨੂੰ ਕਿਸੇ ਨੇ ਉਹਨਾਂ ਦੇ ਬਾਰੇ ਦੱਸਿਆ ਕਿ ਉਹ ਉੱਥੇ ਹਜੇ ਸਿਖਾ ਰਹੇ ਨੇ ਮਾਤਾ ਸੁੰਦਰੀ ਅਕੈਡਮੀ, ਤੁਸੀਂ ਜਾਓ। ਤੇ ਮੈਂ ਦੁਬਾਰਾ ਗਈ ਉਹਨਾਂ ਕੋਲੋਂ, ਮੈਂ ਉਹਨਾਂ ਕੋਲੋਂ ਫਿਰ ਦੁਬਾਰਾ ਪੁੱਛਿਆ ਕਿ ਤੁਸੀਂ ਮੈਨੂੰ ਪਲੀਜ਼ ਆਪਣਾ ਸ਼ਾਗਿਰਦ ਬਣਾਓ, ਮੈਂ ਸਿੱਖਣਾ। ਤੁਹਾਡੇ ਮਨ 'ਚ ਚਾਹਣਾ ਸੀ, ਤੁਸੀਂ ਫਿਰ ਉਹਨਾਂ ਕੋਲੇ ਗਏ? ਬਿਲਕੁਲ ਗਈ ਮੈਂ। ਤੇ ਬਸ ਵਾਹਿਗੁਰੂ ਜੀ ਦੀ ਕਿਰਪਾ ਸੀ ਕਿ ਉਹਨਾਂ ਨੇ ਮੈਨੂੰ ਸਿਖਾਉਣਾ ਸ਼ੁਰੂ ਕੀਤਾ। ਹਾਂਜੀ, ਮਤਲਬ ਕਿ ਪਵਨੀਤ ਜੀ ਸਟਾਰਟਿੰਗ ਤੋਂ ਹੀ ਦੱਸ ਰਹੇ ਕਿ ਜਿਹੜੇ ਵੀ ਉਸਤਾਦ ਕੋਲੇ ਗਏ ਹਮੇਸ਼ਾ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਪਰਖਿਆ, ਹੈਨਾ, ਕਿ ਇਹਨਾਂ ਦਾ ਸੰਗੀਤ ਵੱਲ ਰੁਝਾਨ ਕਿੱਦਾਂ ਹੈ। ਇਹਨਾਂ ਨੇ ਦੱਸਿਆ ਕਿ ਜਿਵੇਂ 8 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੰਡੀਅਨ ਕਲਾਸੀਕਲ 뮤직 ਸਿੱਖਣਾ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਤੁਸੀਂ ਬੈਚਲਰ ਕੀਤੀ, ਰਾਈਟ? ਫਿਰ ਉਸ ਤੋਂ ਬਾਅਦ ਇਹਨਾਂ ਦੇ ਮਨ 'ਚ ਜਿਹੜਾ ਸੰਕਲਪ ਸੀ, ਕਿਉਂਕਿ ਨੈਚੁਰਲੀ ਇਹ ਸੰਕਲਪ ਹੋਣਾ ਵੀ ਚਾਹੀਦਾ ਕਿਉਂਕਿ ਇਹਨਾਂ ਦੇ ਪਰਿਵਾਰ ਵਿੱਚ ਸਾਰਾ ਪਰਿਵਾਰ ਕੀਰਤਨਕਾਰ। ਇਹ ਦੱਸ ਰਿਹਾ ਕਿ ਮੇਰੀ ਮਤਲਬ ਇੱਕ ਮਾਂ ਨਹੀਂ ਹੈ, ਮੇਰੀਆਂ 5 ਮਾਵਾਂ ਜਿਹੜੀਆਂ ਮਤਲਬ ਮਾਸੀ ਰੂਪ ਜਿਹੜਾ ਆਪਾਂ ਕਹਿ ਦਿੰਦੇ ਆ, ਕਿ ਉਹਨਾਂ ਨੇ ਇਹਨਾਂ ਨੂੰ ਗਾਈਡ ਕੀਤਾ ਕਿ ਤੁਸੀਂ ਸੰਗੀਤ ਨਾਲ ਜੁੜੋ, ਹੈਨਾ। ਤਾਂ ਬਹੁਤ ਹੀ ਵੱਡੀ ਗੱਲ ਹੈ। ਔਰ ਫਿਰ ਜਸਵਿੰਦਰ ਕੌਰ ਜੀ, ਬਹੁਤ ਹੀ ਉਹਨਾਂ ਦਾ ਜਿਹੜਾ ਨਾਮ ਹੈ ਸੁਣਿਆ ਹੋਇਆ, ਉਹਨਾਂ ਨੇ ਬੜੀ ਕੀਰਤਨ ਦੀ ਸੇਵਾ ਨਿਭਾਈ ਹੈ। ਬਹੁਤ ਹੀ ਜਿਹੜੀ ਖੁਸ਼ੀ ਦੀ ਗੱਲ ਹੈ ਜਿਹੜੀ ਇਹਨਾਂ ਨੇ ਸ਼ੇਅਰ ਕੀਤੀ ਕਿ ਇਹ ਉਹਨਾਂ ਕੋਲੇ 2 ਵਾਰੀ ਗਏ। ਪਹਿਲੀ ਵਾਰੀ ਜਦੋਂ ਉਹ ਗਏ ਤਾਂ ਇਹਨਾਂ ਦਾ ਜਿਹੜਾ ਹੈਗਾ ਕਿਸੇ ਕਾਰਨ ਕਰਕੇ ਇਹ ਉਹਨਾਂ ਤੋਂ ਨਹੀਂ ਸਿੱਖ ਸਕੇ, ਪਰ ਕਿਉਂਕਿ ਇਹਨਾਂ ਦੇ ਮਨ ਵਿੱਚ ਸੀ, ਕਿਉਂਕਿ ਇਹ ਨੈਚੁਰਲੀ ਹੈ ਕਿ ਇੱਕ ਵਾਰੀ ਜਿਹੜੀ ਸਾਡੇ ਮਨ ਦੇ ਵਿੱਚ ਸ਼ਖਸੀਅਤ ਬਣ ਜਾਂਦੀ ਹੈ ਕਿ ਅਸੀਂ ਇਹਨਾਂ ਕੋਲੋਂ ਸਿੱਖਣਾ,
ਤਾਂ ਤੁਸੀਂ ਚਾਹੁੰਦੇ ਸੀ ਉਹਨਾਂ ਤੋਂ ਸਿੱਖਣਾ ਬਿਲਕੁਲ ਤਾਂ ਜੀ। ਤੁਸੀਂ ਦੁਬਾਰਾ ਫਿਰ ਗਏ ਔਰ ਉਹਨਾਂ ਨੇ ਤੁਹਾਨੂੰ ਮੌਕਾ ਦਿੱਤਾ ਸਿੱਖਣ ਦਾ। ਸੋ ਬਿਲਕੁਲ ਜੀ। ਬਹੁਤ ਵਧੀਆ। ਫਿਰ ਤੁਸੀਂ ਪਵਨੀਤ ਉਹਨਾਂ ਕੋਲ ਕਿੰਨੀ ਦੇਰ ਲਈ ਜਿਹੜਾ ਹੈਗਾ ਗੁਰਮਤ ਸੰਗੀਤ ਦੀ ਮੈਂ ਸਿੱਖਿਆ ਉਹਨਾਂ ਲਈ? ਕੋਲੋਂ 4-5 ਸਾਲ 4-5 ਹਾਂਜੀ, ਜਦ ਤੱਕ ਮੇਰੀ ਆਪਣੀ ਦਿੱਲੀ ਯੂਨੀਵਰਸਿਟੀ ਤੋਂ ਮੈਂ ਆਪਣਾ ਫੈਕਲਟੀ ਆਫ ਮਿਊਜ਼ਿਕ ਐਂਡ ਫਾਈਨ ਆਰਟਸ ਤੋਂ ਮੈਂ ਆਪਣਾ ਰੈਗੂਲਰ ਬੈਚਲਰਸ ਆਫ ਮਿਊਜ਼ਿਕ ਆਨਰਸ ਕਰ ਰਹੀ ਸੀ। ਓਕੇ। ਉਸ ਤੋਂ ਬਾਅਦ ਫਿਰ ਮੈਂ ਮਾਸਟਰਸ ਵੀ ਕੀਤੀ ਸੇਮ ਦਿੱਲੀ ਯੂਨੀਵਰਸਿਟੀ ਤੋਂ। ਦਿੱਲੀ ਯੂਨੀਵਰਸਿਟੀ। ਹਾਂਜੀ, Okay. ਤੇ 3 ਸਾਲ ਬੈਚਲਰਸ ਤੇ 2 ਸਾਲ ਮਾਸਟਰਸ ਤੇ। Okay. 5 ਸਾਲ ਮੈਂ ਕਾਲਜ ਵੀ ਜਾਂਦੀ ਰਹੀ ਹਾਂ ਤੇ ਨਾਲ ਗੁਰਮਤ ਅਕੈਡਮੀ ਵਿੱਚ ਵੀ ਮਤਲਬ ਕਿ ਤੁਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਤੁਸੀਂ ਮਤਲਬ ਸ਼ੁਰੂਆਤ ਕੀਤੀ ਹੈ ਸੰਗੀਤ ਦੀ ਹਾਂਜੀ। ਤਾਂ ਤੁਸੀਂ ਮਤਲਬ ਦੋ ਚੀਜ਼ਾਂ ਨੂੰ ਲੈ ਕੇ ਲੈ ਚੱਲੇ ਕੇ ਚੱਲ ਰਹੀ ਹਾਂ। ਕਿ ਹਾਂਜੀ, ਮਤਲਬ ਕਿ ਪਹਿਲਾਂ ਛੋਟੇ ਹੁੰਦੇ ਸਟੱਡੀ ਕਰ ਰਹੇ ਸੀ ਤਾਂ ਨਾਲ ਸੰਗੀਤ ਕਲਾਸੀਕਲ, ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਮਿਊਜ਼ਿਕ ਆਨਰ ਕਰ ਰਹੇ ਸੀ, ਮਾਸਟਰਸ ਕਰ ਰਹੇ ਸੀ, ਨਾਲ ਤੁਸੀਂ ਗੁਰਮਤ ਸੰਗੀਤ ਸ਼ੁਰੂ ਕੀਤਾ। ਬਿਲਕੁਲ ਜੀ। ਸੋ ਇਹ ਤਾਂ ਬਹੁਤ ਹੀ ਮਿਹਨਤ ਦੀ ਗੱਲ ਹੈ ਜਿਹੜੀ ਤੁਸੀਂ ਇੰਨਾ ਹਾਰਡ ਵਰਕ ਕੀਤਾ ਕਿ ਨਾਲ ਤੁਸੀਂ ਗੁਰਮਤ ਸੰਗੀਤ ਸਿੱਖ ਰਹੇ ਹੋ ਔਰ ਨਾਲ ਤੁਸੀਂ, ਕਿਉਂਕਿ ਮੈਨੂੰ ਪਤਾ ਹੈ ਯੂਨੀਵਰਸਿਟੀ ਵਿੱਚ ਜਿਹੜਾ ਸਿਲੇਬਸ ਹੁੰਦਾ ਹੈ ਹਾਂਜੀ ਮਿਊਜ਼ਿਕ ਦਾ, ਇਹ ਸੌਖਾ ਨਹੀਂ ਹੈ ਹਾਂਜੀ ਕਿਉਂਕਿ ਤੁਹਾਡਾ ਪ੍ਰੈਕਟੀਕਲ ਔਰ ਵੋਕਲਿਸਟ ਵਿੱਚ ਤੁਹਾਡੀਆਂ ਪਰਫਾਰਮੈਂਸ ਜਿਹੜੀਆਂ ਆਪਾਂ ਕਹਿ ਸਕਦੇ ਹਾਂ, ਔਰ ਜਦੋਂ ਤੁਹਾਡਾ ਟੈਸਟ ਹੁੰਦਾ ਤਾਂ ਕਿੰਨੀਆਂ ਔਖੀਆਂ ਜਿਹੜੀਆਂ ਹੈਗੀਆਂ ਉਹ ਬੰਦਿਸ਼ਾਂ ਤੇ ਸ਼ੈਲੀਆਂ ਰਾਗ ਜਿਹੜੇ ਉਹ ਸੁਣਦੇ ਆ ਤੁਹਾਡੇ ਜਿਹੜੇ ਟੀਚਰ ਨੇ। ਕਿਉਂਕਿ ਮੈਨੂੰ ਇਸ ਬਾਰੇ ਪਤਾ ਹੈ ਯੂਨੀਵਰਸਿਟੀ ਵਿੱਚ ਜਿਹੜੇ ਐਗਜ਼ਾਮ ਉਹ ਵੀ ਬਹੁਤ ਟਫ ਹੁੰਦੇ ਆ। ਬਿਲਕੁਲ। ਸੰਸਕ੍ਰਿਤ ਦੇ ਸ਼ਲੋਕ ਇੰਨੇ ਸੰਸਕ੍ਰਿਤ ਦੇ ਸ਼ਲੋਕ Heavy ਵੇਖੋ ਜੀ, ਹੁੰਦੇ ਆਪਾਂ ਨੇ। ਕਹਿ ਸਕਦੇ ਹਾਂ ਕਿ ਨਾਲ ਸੰਸਕ੍ਰਿਤ ਵੀ ਇਹਨਾਂ ਨੂੰ ਜਿਹੜੇ ਸ਼ਲੋਕ, ਕਿਉਂਕਿ ਨੈਚੁਰਲ ਹੈ ਜਦੋਂ ਆਪਾਂ ਇੰਡੀਅਨ ਕਲਾਸੀਕਲ 뮤직 ਸਿੱਖਦੇ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਕਿ ਜਿੰਨੇ ਵੀ ਕਲਾਸੀਕਲ ਜਿਹੜੀਆਂ ਸ਼ੈਲੀਆਂ ਨੇ ਹਾਂਜੀ ਉਹ ਸਾਰੀਆਂ ਤੁਹਾਨੂੰ 뮤직 ਦੇ ਵਿੱਚ ਕਵਰ ਕਰਨੀਆਂ ਪਈਆਂ ਹੋਣਗੀਆਂ। ਪਰ ਇੱਕ ਗੱਲ ਹੈਗੀ ਆ ਪਵਨੀਤ, ਕਿਉਂਕਿ ਤੁਹਾਡੀ ਜਿਹੜੀ ਬੈਕਗ੍ਰਾਉਂਡ ਸੀਗੀ ਉਹ ਇੰਡੀਅਨ ਕਲਾਸੀਕਲ ਵਾਲੀ ਸੀ ਹਾਂਜੀ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਘੱਟ ਪ੍ਰੋਬਲਮ ਆਈ ਹੋਣੀ ਆ, ਹਾਂਜੀ ਹੈਨਾ? ਹਾਂਜੀ। ਕਿਉਂਕਿ ਤੁਸੀਂ 8 ਸਾਲ ਦੀ ਉਮਰ ਵਿੱਚ ਤਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸ਼ੁਰੂਆਤ ਹੀ ਇੰਡੀਅਨ ਕਲਾਸੀਕਲ ਤੋਂ ਹੋਈ ਆ। ਹਾਂਜੀ ਬਿਲਕੁਲ ਜੀ। ਓਕੇ, ਸੋ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਹੈਗੇ ਆ ਤੁਹਾਡੇ ਪਹਿਲੇ ਜਿਹੜੇ ਉਸਤਾਦ ਸੀ ਉਹ ਮਿਥਲੇਸ਼ ਸਿੰਘ ਜੀ ਹਾਂਜੀ। ਇੰਡੀਅਨ ਕਲਾਸੀਕਲ, ਐਂਡ ਜਿਹੜੇ ਤੁਹਾਡੇ ਦੂਜੇ ਉਸਤਾਦ ਹੈ ਹਾਂਜੀ ਉਹ ਬੀਬੀ ਬੀਬੀ ਜਸਵਿੰਦਰ ਕੌਰ ਜਸਵਿੰਦਰ ਜੀ। ਜਸਵਿੰਦਰ ਕੌਰ ਜੀ, ਉਹਨਾਂ ਕੋਲ ਹਾਂਜੀ। ਤੁਸੀਂ 5 ਸਾਲ ਸਿੱਖੇ। ਹਾਂਜੀ ਓਕੇ, ਸੋ ਪਵਨੀਤ ਜਿਹੜਾ ਤੁਸੀਂ ਇਹ ਮਾਸਟਰਸ ਕੀਤੀ ਆ ਨਾ ਇੰਡੀਅਨ ਹਾਂਜੀ। ਕਲਾਸੀਕਲ ਦੀ ਤੇ ਨਾਲ ਤੁਸੀਂ ਗੁਰਮਤ ਸੰਗੀਤ ਕੀਤੀ, ਫਿਰ ਇਹ ਗੁਰਮਤ ਸੰਗੀਤ ਦਾ ਉੱਥੇ ਅਕੈਡਮੀ ਤੁਸੀਂ ਕੀ ਨਾਮ ਦੱਸਿਆ? ਮਾਤਾ ਸੁੰਦਰੀ ਅਕੈਡਮੀ। ਮਾਤਾ ਸੁੰਦਰੀ ਹਾਂਜੀ, ਅਕੈਡਮੀ। ਹਾਂਜੀ। ਤੇ ਇਹ ਜਿਹੜੀ ਹੈਗੀ ਆ ਉੱਥੇ ਕੋਈ ਕੋਰਸ ਵਗੈਰਾ ਵੀ ਕਰਵਾਉਂਦੇ ਹੈਗੇ? ਹਾਂਜੀ ਬਿਲਕੁਲ ਹੈ, ਪੰਜਾਬੀ ਯੂਨੀਵਰਸਿਟੀ ਤੋਂ ਐਫੀਲੀਏਟਡ ਹੈਗਾ, ਉੱਥੇ Okay. ਡਿਪਲੋਮਾ ਕੋਰਸਸ ਹੁੰਦੇ ਨੇ। ਹਾਂਜੀ ਓਕੇ, ਹਾਂਜੀ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਗੁਰਮਤ ਸੰਗੀਤ ਦੀ ਸ਼ੁਰੂਆਤ ਹੈ ਹਾਂਜੀ, ਬਿਲਕੁਲ ਜੀ। ਉਹ ਪੰਜਾਬੀ ਯੂਨੀਵਰਸਿਟੀ ਤੋਂ ਆਪਾਂ ਕਹਿ ਪੰਜਾਬੀ ਸਕਦੇ ਹਾਂ ਕਿ ਐਜ਼ ਅ ਐਜੂਕੇਸ਼ਨ ਐਕੈਡੈਮਿਕ ਲੈਵਲ ਤੇ ਜਿਹੜੀ ਸ਼ੁਰੂਆਤ ਹੈ ਹਾਂਜੀ। ਉਹ ਪੰਜਾਬੀ ਯੂਨੀਵਰਸਿਟੀ ਤੋਂ ਹੋਈ ਤੇ ਤੁਹਾਡੀ ਜਿਹੜੀ ਉਹ ਅਕੈਡਮੀ ਹੈਗੀ ਉਹ ਐਫੀਲੀਏਟਡ ਹੈ। ਹਾਂਜੀ ਓਕੇ, ਸੋ ਫਿਰ ਤੁਸੀਂ ਉਹ ਡਿਪਲੋਮਾ ਵੀ ਕੀਤਾ ਜਾਂ ਹਾਂਜੀ ਮੈਂ ਡਿਪਲੋਮਾ ਕੀਤਾ ਸੀ ਗੁਰਬਾਣੀ, ਸਾਡਾ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਕੋਰਸ ਸੀ, ਮੈਂ ਉਹ ਜ਼ਰੂਰ ਕੀਤਾ ਸੀ ਜਦ ਮੈਂ ਬੈਚਲਰਸ ਤੋਂ ਪਹਿਲੇ, ਜਦ ਮੈਂ 2 ਸਾਲ ਪਹਿਲੇ ਤੁਸੀਂ ਕੀ ਕੀਤਾ ਤੁਸੀਂ? ਆਈ ਥਿੰਕ ਲਿਸਟ ਬਣਾਣੀ ਪਏਗੀ ਇਹਨਾਂ ਨੇ। ਵਾਜੀ ਵਾਹ, ਅਸੀਂ ਮਤਲਬ ਕਿ ਹਾਲੇ ਤਾਂ ਉੱਥੋਂ ਤੱਕ ਪਹੁੰਚੇ ਨਹੀਂ ਹੈ ਕਿਉਂਕਿ ਇਹਨਾਂ ਨੇ PhD ਵੀ ਕੀਤੀ ਹੈਗੀ ਹੈ। ਸੋ ਇਹ ਜਿਨ੍ਹਾਂ ਨੂੰ ਪੜ੍ਹਨ ਦਾ ਤੇ ਆਈ ਥਿੰਕ ਇਹਨੇ ਸਿੱਖਣ ਦਾ ਸ਼ੌਂਕ ਪੈ ਜਾਵੇ ਤੇ ਆਈ ਥਿੰਕ ਉਹ ਹੁਣ ਕਦੀ ਵੀ ਨਹੀਂ ਬਹਿ ਸਕਦੇ, ਤਾਂ ਤੁਸੀਂ ਮਿਲਣਾ ਦਾ ਹੁਣ ਵੀ ਕੁਛ ਨਾ ਕੁਛ ਕਰ ਹੀ ਰਹੇ ਹੋਵੋਗੇ। ਸੋ ਇਹ ਸਾਰੇ ਤੁਸੀਂ ਆਪਣਾ ਸਫ਼ਰ ਦੱਸਿਆ ਗੁਰਮਤ ਸੰਗੀਤ ਤੱਕ ਜਿਹੜਾ ਤੁਸੀਂ ਬੀਬੀ ਜਸਵਿੰਦਰ ਕੌਰ ਜੀ ਕੋਲੋਂ ਸਿੱਖਿਆ ਹੈ। ਸੋ ਸਪੋਰਟ ਤੁਸੀਂ ਸਾਡੇ ਨਾਲ ਸ਼ੇਅਰ ਕਰ ਲਈ ਕਿ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਪਰਿਵਾਰ ਤੋਂ। ਹਾਂਜੀ ਤੁਹਾਨੂੰ ਕੋਈ ਦਿੱਕਤ ਵੀ ਆਈ, ਕੋਈ ਪ੍ਰੋਬਲਮ ਵੀ ਫੇਸ ਕਰਨੀਆਂ ਪਈਆਂ ਜਿਹੜੀਆਂ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? ਪ੍ਰੋਬਲਮਸ ਤੇ ਦੇਖੋ, ਸਟਰਗਲ ਤੇ ਬਗੈਰ ਤੇ ਲਾਈਫ ਨਹੀਂ ਸਟਾਰਟ ਹੀ ਨਹੀਂ ਹੋਣੀ ਹੁੰਦੀ। ਨਹੀਂ। ਚੈਲੰਜਸ ਤੇ ਹਰ ਚੈਲੰਜਸ ਬਿਲਕੁਲ ਕਦਮ ਤੇ ਚੈਲੰਜਸ ਹੁੰਦੇ ਨੇ ਤੇ ਬਿਲਕੁਲ ਹੁੰਦੀਆਂ ਸੀ। ਹੁਣ ਜਿਵੇਂ ਮੈਂ ਗੱਲ ਕਰਾਂ, ਜਦ ਮੈਂ ਬੈਚਲਰਸ ਵਿੱਚ ਹੁਣ ਜਦ ਕਦਮ ਹੀ ਰੱਖਿਆ ਸੀ ਫੈਕਲਟੀ ਆਫ ਮਿਊਜ਼ਿਕ ਐਂਡ ਫਾਈਨ ਆਰਟਸ ਦੀ ਗੱਲ ਕਰੀ, ਉਹ ਬਿਲਕੁਲ ਮਾਹੌਲ ਹੀ ਡਿਫਰੈਂਟ ਸੀ। ਅੱਛਾ ਜੀ, ਉੱਥੇ ਕਾਲਜ ਦਾ। ਕਾਲਜ ਹਾਂਜੀ, ਉੱਥੇ ਇੱਕ ਟੀਚਰ ਨਹੀਂ, ਸਾਡੇ ਮਤਲਬ 1 ਸਾਲ ਵਿੱਚ ਸਾਡੇ 6 7 8 ਟੀਚਰਸ ਹੁੰਦੇ ਸਨ ਤੇ ਉਸ ਵਿੱਚ ਹੀ ਕੋਪ ਅਪ ਕਰਨ ਵਿੱਚ, ਕਿਉਂਕਿ ਥੋੜਾ ਬਹੁਤ ਪਾਰਸ਼ੈਲਿਟੀ ਵੀ ਹੁੰਦੀ ਹੈ। ਮੈਂ ਮਾਫੀ ਚਾਹਾਂਗੀ ਮੈਂ ਗੱਲ ਕਰ ਨਹੀਂ ਜੀ, ਕਿਉਂਕਿ ਬਟ ਜੋ ਚੀਜ਼ ਮੈਂ ਬਹੁਤ ਐਕਸਪੀਰੀਅੰਸ ਕੀਤੀ ਹੈ ਇਹ ਚੀਜ਼ਾਂ ਤੇ ਹੁੰਦੀਆਂ ਨੇ। ਹਾਂਜੀ, ਕਿਉਂਕਿ ਫਿਰ ਤੁਹਾਨੂੰ ਜੋ ਮਰਜ਼ੀ ਹੈ ਅਸੀਂ ਜਿੰਨੇ ਮਰਜ਼ੀ ਸਟਰੋਂਗ ਹੋਈਏ ਹਾਂਜੀ
ਕਿਉਂਕਿ ਜਿਹੜੇ ਕਹਿੰਦੇ ਨਾ ਕਿ ਸੰਗੀਤਕਾਰ ਤਾਂ ਇੰਨੇ ਸੌਫਟ ਹਾਰਟਡ ਹੁੰਦੇ ਆ, ਬਿਲਕੁਲ ਆਰਟਿਸਟ ਜਿਹੜਾ ਉਹਦਾ ਹਾਰਟ ਇੰਨਾ ਸੌਫਟ ਹੁੰਦਾ ਹੈ ਹਾਂਜੀ ਕਿ ਉਹਨੂੰ ਤੁਸੀਂ ਕੋਈ ਛੋਟੀ ਜਿਹੀ ਵੀ ਗੱਲ ਕਹਿ ਦਿੰਦੇ ਹੋ ਤਾਂ ਉਹਨੂੰ ਬਹੁਤ ਜ਼ਿਆਦਾ ਹੁੰਦਾ ਹੈ। ਹਾਂਜੀ ਔਰ ਤੁਸੀਂ ਕਿਉਂਕਿ ਸਿੱਖੇ ਸੀ ਸਾਰਾ, ਆਪਾਂ ਕਹਿ ਸਕਦੇ ਆ ਕਿ ਆਪਣਾ ਪੂਰਾ ਐਫਰਟ ਦਿੱਤਾ ਤੁਸੀਂ ਸਿੱਖਣ ਲਈ। ਹਾਂਜੀ ਔਰ ਜਦੋਂ ਕਾਲਜ ਲੈਵਲ ਤੇ ਸਾਨੂੰ ਲੱਗੇ ਕਿ ਸਾਡੇ ਟੀਚਰ ਜਿਨ੍ਹਾਂ ਨੂੰ ਅਸੀਂ ਇੰਨਾ ਸਤਿਕਾਰ ਦਿੰਦੇ ਆ, ਹਨਾ, ਹਾਂਜੀ ਬਿਲਕੁਲ ਸੋ ਵਾਕਈ ਜੀ ਇਹ ਪ੍ਰੋਬਲਮ ਬਹੁਤ ਵੱਡੀ ਹੈ ਕਿਉਂਕਿ ਜਿੱਥੇ ਸਾਡੀ ਕਹਿ ਰਹੇ ਆ ਕਿ ਸਾਡੀ ਜਿਹੜੀ ਜਿਹੜੀ ਕਹਿ ਰਹੇ ਸਪਿਰਿਟ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਬਿਲਡ ਹੋ ਰਹੀ ਹੁੰਦੀ ਹੈ ਕਿਸੇ ਚੀਜ਼ ਨੂੰ ਅੱਗੇ ਵਧਣ ਵਿੱਚ, ਬਿਲਕੁਲ ਉਹਨੂੰ ਧੱਕਾ ਲੱਗਦਾ ਧੱਕਾ ਲੱਗਦਾ ਹੈ, ਬਿਲਕੁਲ ਲੱਗਦਾ ਹੈ ਜੀ। ਤੇ ਇੱਕ ਹੋਰ ਗੱਲ ਮੈਂ ਕਹਾਂਗੀ ਕਿ ਉੱਥੇ ਇਹ ਚੀਜ਼ ਬੜੀ ਮੈਨੂੰ ਦੇਖਣ ਨੂੰ ਮਿਲੀ, ਮਤਲਬ ਮੈਂ ਆਪਣੇ ਉਸਤਾਦ ਜੀ ਦਾ ਨਾਂ ਨਹੀਂ ਲੈ ਸਕਦੀ ਸੀ ਉਸ ਪੂਰੀ ਫੈਕਲਟੀ ਵਿੱਚ, ਕਿਉਂਕਿ ਮੈਨੂੰ ਨਹੀਂ ਪਤਾ ਸਾਰੇ ਟੀਚਰਸ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਹੁੰਦੇ, ਬਟ ਕੁਝ ਟੀਚਰਸ ਹੁੰਦੇ ਨੇ। ਆਪਾਂ ਹਰ ਇੱਕ ਨੂੰ ਕਹਿ ਨਹੀਂ ਸਕਦੇ, ਕੋਈ ਪਾਰਟਿਕੂਲਰ ਕੋਈ ਆਪਾਂ ਕਹਿ ਸਕਦੇ ਹਾਂ ਕਿ ਕੋਈ ਇੱਕ ਇਨਸਾਨ ਐਵੇਂ ਦਾ ਹੋ ਸਕਦਾ। ਹਾਂ ਓਕੇ। ਤੇ ਮੈਨੂੰ ਇਹੀ ਪਤਾ ਲੱਗਿਆ ਸੀ ਕਿ ਫਲਾਣੇ ਟੀਚਰ ਚਾਹੁੰਦੇ ਨੇ ਕਿ ਉਹ ਸਾਡੇ ਤੋਂ ਸਿੱਖੇ ਤੇ ਇਹ ਚੀਜ਼ ਮੈਨੂੰ ਕਾਫੀ ਦੇਰ ਬਾਅਦ ਜਾ ਕੇ ਸਮਝ ਆਈ ਕਿ ਪੋਲਿਟਿਕਸ ਤੇ ਹਰ ਜਗ੍ਹਾ ਹੁੰਦੀ ਹੈ, ਪੋਲਿਟਿਕਸ, ਬਟ ਮੈਂ ਮੂੰਹ ਤੋਂ ਮੈਂ ਅਸੀਂ ਕੱਢ ਨਹੀਂ ਸਕਦੇ ਸੀ ਕਿ ਅਸੀਂ ਫਲਾਣੇ, ਕਿਉਂਕਿ ਜੀ ਬਿਲਕੁਲ ਬੱਚਾ, ਕਿਉਂਕਿ ਇੱਕ ਤਾਂ ਏਜ ਛੋਟੀ, ਇੱਕ ਜਦੋਂ ਆਪਾਂ ਸਟੂਡੈਂਟ ਹੁੰਦੇ ਆ ਸਾਨੂੰ ਬੜਾ ਹੀ ਹੁੰਦਾ ਹੈ ਕਿ ਅਸੀਂ ਡਿਗਰੀ ਲੈਣੀ ਹੈ, ਸਾਡੇ ਪੇਰੈਂਟਸ ਕਿੰਨਾ ਐਫਰਟ ਕਰ ਰਹੇ ਆ, ਅਸੀਂ ਅੱਗੇ ਵਧਣਾ ਹੈ ਨਾ। ਉਦੋਂ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਬੋਲਣਾ ਹੈ ਜਾਂ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਵੀ ਮੇਰੇ ਉਸਤਾਦ ਜੀ ਹੈ ਜਿਨ੍ਹਾਂ ਤੋਂ ਮੈਂ ਸ਼ੁਰੂਆਤ ਕੀਤੀ ਆ ਔਰ ਉਹਨਾਂ ਦਾ ਨਾਮ ਤਾਂ ਮੈਂ ਸਭ ਤੋਂ ਪਹਿਲਾਂ ਲੈਣਾ। ਬਿਲਕੁਲ ਜੀ, ਕਿਸੇ ਵੀ ਸਟੇਜ ਤੇ ਜਾਵਾਂ, ਕਿਸੇ ਵੀ ਫੀਲਡ ਵਿੱਚ ਜਾਵਾਂ, ਕਿਉਂਕਿ ਉਹਨਾਂ ਦਾ ਯੋਗਦਾਨ ਹੀ ਬਹੁਤ ਹੈ ਤੁਹਾਡੀ ਲਾਈਫ ਦੇ ਵਿੱਚ ਤਾਂ ਬਿਲਕੁਲ ਹੈ। ਔਰ ਉਹਨਾਂ ਦਾ ਮੋਟਿਵ ਜਿਹੜਾ ਸੀ ਕਿ ਤੁਸੀਂ ਸਾਡਾ ਨਾਮ ਲਓ, ਕਿ ਤੁਸੀਂ ਸਾਡੇ ਤੋਂ ਸਿੱਖ ਰਹੇ ਹੋ। ਹਾਂਜੀ ਤਾਂ ਬਹੁਤ ਅਜੀ ਵਾਕਈ ਐਵੇਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਕਈ ਵਾਰੀ ਸਾਨੂੰ ਬਹੁਤ ਹਰਟ ਕਰਦੀਆਂ ਨੇ। ਹਾਂਜੀ ਸੋ ਬਿਲਕੁਲ ਇਹ ਤੁਹਾਡੀ ਪ੍ਰੋਬਲਮ ਵੱਡੀ ਸੀ ਆਈ ਥਿੰਕ, ਔਰ ਫਿਰ ਵੀ ਤੁਸੀਂ ਆਪਣਾ ਇੰਨਾ ਹੌਸਲਾ ਆਪਣਾ ਰੱਖਿਆ। ਸੋ ਪਵਨੀਤ ਜੀ ਨਾਲ ਗੱਲਾਂ ਦਾ ਜਿਹੜਾ ਸਿਲਸਿਲਾ ਉਹ ਇਸ ਤਰ੍ਹਾਂ ਬਣਿਆ ਰਹੇਗਾ ਜੀ। ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਜੋ ਗਾਵੇ ਪ੍ਰਭ ਕੇ ਗੀਤ, ਤੇ ਇਹਦੇ ਵਿੱਚ ਅਸੀਂ ਜਿਨ੍ਹਾਂ ਨਾਲ ਅੱਜ ਗੱਲ ਕਰ ਰਹੇ ਹਾਂ ਤੁਸੀਂ ਜਾਣਦੇ ਹੋ ਕਿ ਪਵਨੀਤ ਕੌਰ ਜੀ। ਔਰ ਪਵਨੀਤ ਕੌਰ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਗੁਰਮਤਿ ਸੰਗੀਤ ਦੀ ਜਿਹੜੀ ਸ਼ੁਰੂਆਤ ਕੀਤੀ, ਇੰਡੀਅਨ ਕਲਾਸੀਕਲ ਤੋਂ ਸ਼ੁਰੂਆਤ ਕਰਕੇ ਫਿਰ ਜਿਵੇਂ ਜਿਵੇਂ ਇਹਨਾਂ ਨੇ ਆਪਣੀ ਜਿਹੜੀ ਸੰਗੀਤ ਦੀ ਸਟੱਡੀ ਹੈ ਕੰਟੀਨਿਊ ਰੱਖੀ, ਤੇ ਕਿਵੇਂ ਇਹ ਬੀਬੀ ਜਸਵਿੰਦਰ ਕੌਰ ਜੀ ਜਿਨ੍ਹਾਂ ਤੋਂ ਇਹਨਾਂ ਨੇ ਗੁਰਮਤਿ ਸੰਗੀਤ ਦੀ ਸਿੱਖਿਆ ਲਈ ਆਈ ਥਿੰਕ ਮਾਤਾ ਸੁੰਦਰੀ ਅਕੈਡਮੀ। ਸੋ ਪਵਨੀਤ ਤੁਸੀਂ ਉੱਥੇ ਫਿਰ ਕਿੰਨੀ ਦੇਰ ਜਾਂਦੇ ਰਹੇ? ਆਈ ਥਿੰਕ ਤੁਸੀਂ ਦੱਸ ਚੁੱਕੇ ਹੋ 5 ਸਾਲ ਜਾਂਦੇ ਰਹੇ ਆ। ਤੇ ਫਿਰ ਤੁਸੀਂ ਉਸ ਤੋਂ ਬਾਅਦ ਲੱਗਾ ਕਿ ਤੁਹਾਨੂੰ ਕਿ ਤੁਸੀਂ ਪ੍ਰੋਫੈਸ਼ਨਲ ਵੀ ਸ਼ੁਰੂ ਕੀਤਾ ਕੀਰਤਨ ਕਰਨਾ? ਬਿਲਕੁਲ ਜੀ, ਉੱਥੇ ਸਾਡਾ ਕਾਫੀ ਅੱਛਾ ਜੱਥਾ ਬਣਿਆ। ਅੱਛਾ ਜੀ, ਹਾਂਜੀ, ਮੁੰਡਿਆਂ ਕੁੜੀਆਂ ਦਾ ਮਿਲਾ ਕੇ। ਅੱਛਾ, ਥੋੜੀ 1-2 ਸਾਲ ਅਸੀਂ ਮੁੰਡੇ ਕੁੜੀਆਂ ਨਾਲ ਕੀਤਾ, ਮਿਲ ਕੇ ਜੱਥਾ ਬਣਿਆ। ਫਿਰ ਉਸ ਤੋਂ ਬਾਅਦ ਕੁੜੀਆਂ ਦਾ ਜੱਥਾ। ਅੱਛਾ ਜੀ, ਅੱਛਾ ਜੀ, ਵਾਹ ਜੀ ਵਾਹ, ਠੀਕ ਹੈ। ਅਸੀਂ ਹਰ ਜਗ੍ਹਾ ਲਾਈਕ ਜੋ ਵੀ ਦਿੱਲੀ ਦੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਵਿੱਚ ਪਰਫਾਰਮ ਕੀਤਾ। ਤਾਂ ਤੁਹਾਨੂੰ ਯਾਦ ਹੈ ਤੁਸੀਂ ਕਿੱਥੇ ਕਿੱਥੇ ਪਰਫਾਰਮ ਕਰ ਚੁੱਕੇ ਹੋ, ਕਿਹੜੇ ਕਿਹੜੇ ਗੁਰਦੁਆਰਾ ਸਾਹਿਬ 'ਚ? ਸਭ ਤੋਂ ਪਹਿਲੇ ਗੁਰਦੁਆਰਾ ਬੰਗਲਾ ਸਾਹਿਬ, ਵਾਹ ਜੀ ਵਾਹ। ਤੇ ਐਸਜੀਪੀਸੀ, ਹਾਂਜੀ, ਵਾਹ ਜੀ ਵਾਹ। ਇਹ ਬੜਾ ਵੱਡਾ ਗੱਲ ਹੈ ਕਿ ਤੁਸੀਂ ਉੱਥੇ ਜਿਹੜਾ ਹੈਗਾ ਐਜ਼ ਅ ਪ੍ਰੋਫੈਸ਼ਨਲ ਕੀਰਤਨਕਾਰ ਉੱਥੇ ਕੀਰਤਨ ਕੀਤਾ। ਹਾਂਜੀ ਓਕੇ। ਤੇ ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਹਾਂਜੀ, ਤੇ ਗੁਰਦੁਆਰਾ ਮੋਤੀ ਬਾਗ। ਅੱਛਾ ਜੀ, ਹਾਂਜੀ, 4 ਗੁਰਦੁਆਰਾ ਸਾਹਿਬ ਜਿਹੜੇ ਦਿੱਲੀ ਦੇ ਹੀ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਹਾਂਜੀ ਲੋਕਲੀ ਵੀ ਕੀਤੇ ਨੇ, ਬਟ ਇਹ ਮੇਨ ਹਿਸਟੋਰੀਕਲ ਗੁਰਦੁਆਰਾ ਸਾਹਿਬ। ਠੀਕ ਹੈ। ਤੇ ਫਿਰ ਪਵਨੀਤ ਜਿਹੜਾ ਹੈਗਾ ਕਿਉਂਕਿ ਤੁਸੀਂ ਗੁਰਮਤਿ ਸੰਗੀਤ ਸਿੱਖਿਆ ਐਜ਼ ਅ ਪ੍ਰੋਫੈਸ਼ਨਲ ਕੀਰਤਨਕਾਰ ਜਿਹੜਾ ਹੈਗਾ ਤੁਸੀਂ ਕੀਰਤਨ ਕਰਨਾ ਸ਼ੁਰੂ ਕੀਤਾ। ਹਾਂਜੀ। ਸੋ ਤੁਹਾਡੀ ਜਿਹੜੀ ਹੈਗੀ ਹੈ ਕਲਾਸੀਕਲ 뮤직 ਦੇ ਵਿੱਚ, ਕਿਉਂਕਿ ਤੁਸੀਂ ਯੂਨੀਵਰਸਿਟੀ ਤੋਂ ਸਟੱਡੀ ਕੀਤੀ ਹੈ, ਹਾਂਜੀ, ਫਿਰ ਤੁਸੀਂ ਯੂਥ ਫੈਸਟੀਵਲ ਵਗੈਰਾ ਵਿੱਚ ਵੀ ਜਾਂਦੇ ਹੁੰਦੇ ਸੀ? ਬਿਲਕੁਲ ਜੀ। ਓਕੇ। ਕੋਈ ਲੱਗੇ ਤੁਹਾਨੂੰ ਕਿ ਇਹ ਜਿਹੜੀ ਸਟੇਜ ਹੈ ਤੁਹਾਡੀ ਬੜੀ ਯਾਦਗਾਰ ਸੀਗੀ? ਹਾਂਜੀ, ਯੂਥ ਫੈਸਟੀਵਲ ਦੇ ਵਿੱਚ। ਯੂਥ ਫੈਸਟੀਵਲ ਪਹਿਲੇ ਤਾਂ ਮੈਂ ਗੱਲ ਕਰਾਂਗੀ ਕਿ ਸਕੂਲ ਵਿੱਚੋਂ ਹੀ ਅਸੀਂ ਇੰਟਰ ਸਕੂਲ ਜਾਂ ਇੰਟਰ ਕੰਪੀਟੀਸ਼ਨਸ ਵਿੱਚ ਜਾਂਦੇ ਰਹੇ ਹਾਂ, ਤੇ ਸਕੂਲ ਵਿੱਚ ਹੀ ਮੈਂ ਸਟੇਟ ਲੈਵਲ ਤੇ ਵੀ ਗਈ ਸੀ। ਸਟੇਟ ਲੈਵਲ ਤੇ ਜਿੱਤ ਕੇ ਆਈ ਸੀ। ਹਾਂਜੀ, ਵੈਰੀ ਗੁੱਡ। ਫੋਕ 뮤직 ਵਿੱਚ। ਅੱਛਾ, ਕਿਉਂਕਿ ਤੁਹਾਡੀ ਮਤਲਬ ਸਕੂਲ ਤੋਂ ਹੀ ਸ਼ੁਰੂਆਤ ਹੋ ਚੁੱਕੀ ਤੇ ਉੱਥੇ ਹੀ ਤੁਸੀਂ ਜਿੱਤ ਕੇ ਆਏ। ਹਾਂਜੀ। ਫਿਰ ਯੂਥ ਫੈਸਟੀਵਲ ਵਿੱਚ ਵੀ ਤੁਸੀਂ ਜਾਂਦੇ? ਫੈਸਟੀਵਲ ਵਿੱਚ ਵੀ ਸਾਡੇ ਜੋ ਫੈਕਲਟੀ ਆਫ 뮤직 ਐਂਡ ਫਾਈਨ ਆਰਟਸ ਵਿੱਚ ਹੁੰਦੇ ਸੀ, ਇੰਟਰ ਸਕੂਲ ਜਾਂ ਜੋ ਵੀ ਤੁਸੀਂ ਨਾਮ ਦੇ ਦਿਓ ਉਸਦਾ, ਤੇ ਉਸ ਵਿੱਚ ਵੀ ਮੈਂ ਪਾਰਟਿਸਿਪੇਟ ਕਰਦੀ ਰਹੀ ਹਾਂ। ਔਰ ਉਸ ਵਿੱਚ ਵੀ ਹਰ ਸਾਲ ਹੁੰਦੇ ਸੀ, ਤੇ ਹਰ ਸਾਲ ਮੇਰਾ ਪ੍ਰਾਈਜ਼ ਹੁੰਦਾ ਸੀ। ਠੀਕ ਹੈ। ਫਿਰ ਤਾਂ ਬਹੁਤ ਜ਼ਿਆਦਾ ਪ੍ਰਾਈਜ਼ ਹੋਣਗੇ ਜਿਹੜੇ ਤੁਸੀਂ ਹਾਲੇ ਤੱਕ ਬਿਲਕੁਲ ਜਿਹੜੇ ਤੁਹਾਨੂੰ ਇਨਸਪਾਇਰ ਕਰਦੇ ਹੋਣ। ਹਾਂਜੀ।
ਬਹੁਤ ਵਧੀਆ ਗੱਲ ਹੈ। ਤੇ ਕਿਉਂਕਿ ਤੁਸੀਂ ਸ਼ਾਸਤਰੀ ਸੰਗੀਤ ਸਿੱਖਿਆ ਹੈ ਨਾ, ਹਾਂਜੀ ਸ਼ਾਸਤਰੀ ਸੰਗੀਤ ਆਈ ਥਿੰਕ ਕਿ ਤੁਸੀਂ, ਮੈਨੂੰ ਲੱਗਦਾ ਹੈ ਕਿ ਜੇ 8 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਤਾਂ ਤੁਸੀਂ 15-16 ਸਾਲ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ। ਸ਼ਾਸਤਰੀ ਸੰਗੀਤ ਹੀ ਸਿੱਖਿਆ, ਬਿਲਕੁਲ ਜੀ ਕਹਿ ਸਕਦੇ ਹਾਂ ਹੈ ਨਾ। ਤੇ ਫਿਰ ਤੇ ਗੁਰਮਤਿ ਸੰਗੀਤ ਤੁਸੀਂ ਕਹਿ ਰਹੇ ਹੋ ਕਿ ਤੁਸੀਂ 5-6 ਸਾਲ ਸਿੱਖਿਆ ਹੈ। ਹਾਂਜੀ ਤੇ ਹਾਂਜੀ ਤੁਸੀਂ ਕਿਵੇਂ ਮਤਲਬ ਕਿ ਇਹਨੂੰ ਡਿਫਾਈਨ ਕਰੋਗੇ ਅਕੋਰਡਿੰਗ ਟੂ ਯੂ, ਮਤਲਬ ਵਾਟ ਇਜ਼ ਦ ਡਿਫਰੈਂਸ ਬਿਟਵੀਨ ਗੁਰਮਤਿ ਸੰਗੀਤ ਗੁਰਮਤਿ and ਸੰਗੀਤ ਦੀ ਪਰਿਭਾਸ਼ਾ ਤੋਂ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗੀ ਕਿ 15ਵੀਂ ਸ਼ਤਾਬਦੀ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਇਹ ਪਰੰਪਰਾ ਸ਼ੁਰੂ ਹੋਈ, ਕੀਰਤਨ ਪਰੰਪਰਾ। ਬਿਲਕੁਲ ਜੀ। ਤੇ ਜੋ ਰਬਾਬ ਸਿੰਪਲ ਕਹਿੰਦੇ ਮਰਦਾਨੇ ਰਬਾਬ ਸ਼ੇਰ ਬਿਲਕੁਲ ਜੀ। ਗੁਰਬਾਣੀ ਆਈ ਹੈ ਨਾ। ਤੇ ਸਿੰਪਲ ਪਰਿਭਾਸ਼ਾ ਵਿੱਚ ਇਹ ਕਹਿ ਸਕਦੇ ਹਾਂ ਕਿ ਸਿੱਖ ਜਗਤ ਵਿੱਚ ਜੋ ਕੀਰਤਨ ਪਰੰਪਰਾ ਹੈਗੀ ਹੈ ਉਸ ਨੂੰ ਗੁਰਮਤਿ ਸੰਗੀਤ ਦੀ ਪਰਿਭਾਸ਼ਾ ਦਿੱਤੀ ਗਈ ਹੈ। ਬਿਲਕੁਲ। ਤੇ ਸ਼ਬਦ ਪ੍ਰਧਾਨ ਗਾਇਕੀ ਹੈ। ਸ਼ਬਦ ਪ੍ਰਧਾਨ, ਹਾਂ ਬਿਲਕੁਲ ਜੀ। ਬਿਲਕੁਲ ਸ਼ਬਦ ਤੇ ਇਸ ਦਾ ਮੇਨ ਫੋਕਸ ਰਹਿੰਦਾ ਹੈ। ਤੇ ਕਲਾ ਸੈਕੰਡਰੀ ਐਂਡ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਸ਼ਬਦ ਪ੍ਰਾਈਮ। ਪ੍ਰਾਈਮ ਹੈਗਾ। ਤੇ ਜੇ ਅਸੀਂ ਹਿੰਦੁਸਤਾਨੀ ਕਲਾਸਿਕਲ ਦੀ ਗੱਲ ਕਰੀਏ ਉਸ ਵਿੱਚ ਰਾਗ ਗਾਇਕੀ ਰਾਗਦਾਰੀ ਜਾਂ ਗਾਇਕੀ ਪ੍ਰਧਾਨ ਹੈਗਾ ਉਸ ਵਿੱਚ। ਤੇ ਜੋ ਵੀ ਉਸ ਤਰ੍ਹਾਂ ਦਾ ਇੰਪਰੋਵਾਈਜ਼ੇਸ਼ਨਸ ਅਸੀਂ ਕਹਿ ਦਿੰਦੇ ਹਾਂ ਰਾਗ ਵਿੱਚ, ਬੋਲ ਬਾਂਟ, ਬੋਲ ਬਣਾਓ, ਹਾਂਜੀ, ਹਲਾਬ, ਖਟਕਾ, ਮੁਰਕੀ, ਖਟਕਾ, ਮੁਰਕੀ, ਮੈਂ ਅਸੀਂ ਇਸ ਚੀਜ਼ ਵਿੱਚ ਜ਼ਿਆਦਾ ਉਸ ਨੂੰ ਕਰਦੇ ਹਾਂ, ਦਿਖਾਉਂਦੇ ਹਾਂ, ਰਾਗ ਨੂੰ ਹੋਰ ਉਸ ਦੀ ਬੜੋਤਰੀ ਕਰਦੇ ਹਾਂ। ਬਿਲਕੁਲ ਜੀ। ਹਾਂਜੀ। ਮਤਲਬ ਜਿਹੜੀ ਕਲਾ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿੰਨੀਆਂ ਵੀ ਇੰਡੀਅਨ ਕਲਾਸੀਕਲ 뮤직 ਦੀਆਂ ਜਿਹੜੀਆਂ ਸ਼ੈਲੀਆਂ ਨੇ, ਹਾਂਜੀ ਸੋ ਉਹ ਸਾਰੀਆਂ ਦੇਖਣ ਨੂੰ ਮਿਲਦੀਆਂ ਨੇ ਬਿਲਕੁਲ ਜੀ। ਕਲਾਸੀਕਲ 뮤직 ਦੇ ਵਿੱਚ। ਹਾਂਜੀ ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਜਾਣਦੇ ਹੀ ਹੋ ਕਿ ਸਾਡਾ ਸੰਗੀਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ, ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਜੋ ਗਾਵੇ ਪ੍ਰਭ ਕੇ ਗੀਤ। ਹਾਂਜੀ ਸੋ ਕਿਉਂਕਿ ਪਬਲਿਕ ਨੇ ਇੰਡੀਅਨ ਕਲਾਸੀਕਲ 뮤직 ਵਿੱਚ ਵੀ ਬਹੁਤ ਸਟੱਡੀ ਕੀਤੀ, ਗੁਰਮਤਿ ਸੰਗੀਤ ਵੀ ਸਿੱਖਿਆ, ਤਾਂ ਮੈਂ ਚਾਹੁੰਦੀ ਹਾਂ ਕਿ ਇਹਨਾਂ ਦੇ ਕੋਲੋਂ ਆਪਾਂ ਕਿਉਂ ਨਾ ਦੋਨੋਂ ਹੀ ਜਿਹੜੇ ਹੈਗੇ ਆ ਉਹ ਇਹਨਾਂ ਤੋਂ ਸੁਣੀਏ ਕਿ ਇਹ ਸਾਨੂੰ, ਕਿਉਂਕਿ ਦੱਸਣਗੇ ਕਿ ਦੋਨਾਂ ਦੇ ਵਿੱਚ ਕੀ ਫਰਕ ਹੈ। ਠੀਕ ਹੈ ਜੀ। ਸੋ ਕਿਉਂਕਿ ਕਹਿ ਸਕਦੇ ਹਾਂ ਕਿ ਆਪਾਂ ਬਸੰਤ ਦਾ ਹੈਗਾ ਹਾਂਜੀ ਜਿਹੜਾ ਸੀਜ਼ਨ ਚੱਲ ਰਿਹਾ ਹੈ, ਬਸੰਤ ਰਾਗ ਜਿਹੜਾ ਹੈਗਾ ਹੈ ਗੁਰਬਾਣੀ ਦੇ ਵਿੱਚ ਉਹਦੀ ਬਹੁਤ ਪ੍ਰਧਾਨਤਾ ਹੈ। ਬਿਲਕੁਲ ਜੀ। ਸੋ ਤੁਸੀਂ ਜਿਹੜੇ ਕੱਪੜੇ ਵੀ ਆਈ ਥਿੰਕ ਬਸੰਤ ਵਾਲੇ ਪਾਏ ਹੋਏ ਪਾਏ ਨੇ ਨਾ, ਸੋ ਪਵਨੀਤ ਜੀ ਤੁਸੀਂ ਕਿਉਂ ਨਾ ਸਾਨੂੰ ਇਹ ਰਾਗ ਜਿਹੜੇ ਹੈਗੇ ਆ ਬਸੰਤ, ਆਈ ਥਿੰਕ ਇੰਡੀਅਨ ਕਲਾਸੀਕਲ 뮤직 ਵਿੱਚ ਵੀ ਹੈਗਾ। ਬਿਲਕੁਲ ਜੀ ਹੈਗਾ। ਹਾਂਜੀ। ਸੋ ਮੈਂ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਗੁਰਮਤਿ ਸੰਗੀਤ, ਠੀਕ ਹੈ ਜੀ। ਤੇ ਫਿਰ ਸਾਨੂੰ ਤੁਸੀਂ ਇੰਡੀਅਨ ਕਲਾਸੀਕਲ 뮤직 ਵਿੱਚ ਜਿਹੜਾ ਹੈਗਾ ਬਸੰਤ ਰਾਗ ਦਾ ਕੀ ਸਰੂਪ ਹੈ ਹਾਂਜੀ ਉਹ ਸਾਨੂੰ ਸ਼ਰਵਣ ਕਰਵਾਓ, ਤੇ ਫਿਰ ਬਿਲਕੁਲ ਜੀ। ਸਾਨੂੰ ਅਸੀਂ ਆਨੰਦ ਮਾਣੀਏ ਤੁਹਾਡੀ ਪਰਫਾਰਮੈਂਸ ਦਾ। ਠੀਕ ਹੈ ਜੀ। ਤੇ ਸਭ ਤੋਂ ਪਹਿਲੇ ਰਾਗ ਬਸੰਤ ਗੁਰਮਤਿ ਸੰਗੀਤ ਦੇ ਅਕੋਰਡਿੰਗ ਜਿਵੇਂ ਆਥੈਂਟਿਸਿਟੀ ਦੀ ਗੱਲ ਕਰਾਂ, ਲਾਈਕ ਅਗਰ ਗੁਰਮਤਿ ਸੰਗੀਤ ਔਰ ਹਿੰਦੁਸਤਾਨੀ ਕਲਾਸਿਕਲ ਸੰਗੀਤ ਦਾ ਜੋ ਬਸੰਤ ਹੈ, ਸਭ ਤੋਂ ਪਹਿਲੇ ਹਿੰਦੁਸਤਾਨੀ ਕਲਾਸਿਕਲ ਸੰਗੀਤ ਜੋ ਬਸੰਤ ਹੈ ਉਹ ਠਾਠਪੁਰਵੀ ਗਾਇਆ ਜਾਂਦਾ ਹੈ। ਤੇ ਉਸ ਤੋਂ ਬਾਅਦ ਗੁਰਮਤਿ ਸੰਗੀਤ ਵਿੱਚ ਇਹ ਹੈਗਾ ਆਥੈਂਟਿਸਿਟੀ, ਜੋ ਪੁਰਾਤਨ ਸਮੇਂ ਤੋਂ ਹਰਮੰਦਰ ਸਾਹਿਬ ਤੋਂ ਜੋ ਪੁਰਾਤਨ ਸਟਾਈਲ ਚਲਾ ਆ ਰਿਹਾ ਸੀ ਉਹ ਬਿਲਾਵਲ ਅੰਗ ਤੋਂ ਬਿਲਾਵਲ ਹੈ, ਜਾਨੀ ਕਿ ਠਾਠ ਬਿਲਾਵਲ, ਠਾਠ ਬਿਲਾਵਲ ਤੋਂ, ਤੇ ਮੈਂ ਉਹੀ ਆਪ ਜੀ ਦੇ ਸਾਹਮਣੇ ਆਪ ਜੀ ਨੂੰ ਸੁਣਾਉਣਾ ਜ਼ਰੂਰ ਸ਼ੁਰੂ ਕਰਦੀ ਹਾਂ।
ਵਾਕਈ ਜਿਹੜੀ ਤੁਸੀਂ ਇੰਨੀ ਸੰਗੀਤ ਦੀ ਸਿੱਖਿਆ ਲਈ ਹੈ ਉਹ ਸਾਨੂੰ ਨਜ਼ਰ ਆ ਰਹੀ ਸੀ ਔਰ ਜਿਹੜੀ ਤੁਹਾਡੀ ਆਵਾਜ਼ ਹੈ ਉਹ ਵੀ ਆਈ ਥਿੰਕ ਜਿਹੜੀ ਤੁਹਾਡੀ ਆਵਾਜ਼ ਜਿਹੜੀ ਹੈ ਕਿ ਇੰਨੀ ਵਿਚਾਰੀ ਆਪਾਂ ਕਹਿੰਦੇ ਮੈਲੋਡੀ ਜਿਹੜੀ ਉਹਦੇ ਵਿੱਚ ਭਰੀ ਹੋਈ ਹੈ ਕਹਿੰਦੇ ਹੈ ਕਿ ਇੱਕ ਤਾਂ ਨੈਚੁਰਲ ਹੁੰਦੀ ਹੈ ਜਿਹੜੀ ਪਰਮਾਤਮਾ ਵੱਲੋਂ ਹੋਵੇ ਤੇ ਇੱਕ ਜਿਹੜੀ ਹੈ ਰਿਆਜ਼ ਦੇ ਨਾਲ ਹੁੰਦੀ ਹੈ ਸੋ ਬਿਲਕੁਲ ਹੀ ਉਹ ਬਿਲਕੁਲ ਪਤਾ ਲੱਗ ਰਿਹਾ ਸੀ ਕਿ ਤੁਸੀਂ ਬਸੰਤ ਰਾਗ ਗਾ ਰਹੇ ਹੋ ਔਰ ਕਿੰਨੇ ਗੁਰਬਾਣੀ ਦਾ ਜਿਹੜਾ ਭਾਵ ਹੈ ਉਹ ਨਜ਼ਰ ਆ ਰਿਹਾ ਸੀ ਸੋ ਪਵਨੀਤ ਕਿਉਂਕਿ ਤੁਸੀਂ ਸਾਨੂੰ ਬਸੰਤ ਰਾਗ ਦੀ ਇੱਕ ਬੰਦਿਸ਼ ਜਿਹੜੀ ਹੈ ਸੁਣਾਈ ਹੈਗੀ ਹੈ ਤੇ ਜਿਹੜੀ ਗੁਰਮਤਿ ਸੰਗੀਤ ਦੀਆਂ ਜਿਹੜੀਆਂ ਸ਼ੈਲੀਆਂ ਨੇ ਆਪਾਂ ਕਹਿ ਸਕਦੇ ਹਾਂ ਤੇ ਉਹਦੇ ਅਕੋਰਡਿੰਗ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਸ਼ੈਲੀਆਂ ਜਿਹੜੀਆਂ ਹੈਗੀਆਂ ਗੁਰਮਤਿ ਸੰਗੀਤ ਦੇ ਵਿੱਚ ਵੀ ਹੈਗੀਆਂ ਨੇ ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਚੌਂਕੀ ਪਰੰਪਰਾ ਹੈ ਸੋ ਤੁਸੀਂ ਉਹਨਾਂ ਬਾਰੇ ਸਾਨੂੰ ਕੁਝ ਦੱਸੋ ਕਿ ਕੀ ਹੈ ਉਹ ਔਰ ਅੱਜ ਕੱਲ ਉਹ ਕਿੰਨਾ ਕੁ ਉਹਦਾ ਜਿਹੜਾ ਹੈਗਾ ਮੌਜੂਦਗੀ ਹੈਗੀ ਹੈ ਕਿ ਹਾਲੇ ਵੀ ਜਿਹੜੀ ਹੈਗੀ ਉਹ ਸ਼ੈਲੀਆਂ ਮੌਜੂਦ ਹੈ ਬਿਲਕੁਲ ਜੀ ਹੈ ਨਾ ਅੱਜ ਗੁਰਮਤਿ ਸੰਗੀਤ ਵਿੱਚ ਜੋ ਸਭ ਤੋਂ ਪਹਿਲੇ ਤੁਸੀਂ ਦੱਸਿਆ ਕਿ ਕੀਰਤਨ ਚੌਕੀ ਬਿਲਕੁਲ ਜੀ ਤੇ 4 ਤਰ੍ਹਾਂ ਦੀ ਇਹ ਚੌਕੀ ਸੀ ਜੋ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਹਨਾਂ ਨੇ ਕੰਪੋਜ਼ ਕੀਤੀ ਸੀ ਤੇ ਸਭ ਤੋਂ ਪਹਿਲੇ ਹੋਗੀ ਆਸਾ ਦੀਵਾਰ ਦੀ ਚੌਕੀ ਬਿਲਕੁਲ ਬਿਲਾਵਲ ਦੀ ਚੌਕੀ ਕੀਰਤਨ ਦੀ ਚੌਕੀ ਔਰ ਸੋਦਰ ਦੀ ਚੌਕੀ ਹਾਂਜੀ ਠੀਕ ਹੈ 4 ਚੌਕੀਆਂ ਸਨ ਹਾਂਜੀ ਇਸ ਤੋਂ ਇਲਾਵਾ ਪੜਤਾਲ ਗਾਇਕੀ ਹਾਂਜੀ ਇਹ ਵੀ ਗਾਇਨ ਸ਼ੈਲੀ ਪੜਤਾਲ ਮਤਲਬ ਕਿ ਜਿਹੜੀ ਡਿਫਰੈਂਟ ਤਾਲਾਂ ਦੇ ਵਿੱਚ ਬਿਲਕੁਲ ਜੀ ਓਕੇ ਜੀ ਇਹ ਹੁੰਦੀਆਂ ਨੇ ਐਂਡ ਇਹ ਸਾਰੀ ਤੁਹਾਨੂੰ ਜੋ ਵੀ ਪਰੰਪਰਾ ਹੈਗੀਆਂ ਨੇ ਇਹ ਅੱਜ ਵੀ ਪੁਨਰ ਜੀਵਿਤ ਹੈਗੀਆਂ ਨੇ ਹਰਿਮੰਦਰ ਸਾਹਿਬ ਵਿੱਚ ਵੀ ਇਹ ਗਾਈ ਜਾਂਦੀਆਂ ਨੇ ਤੇ ਇੱਕ ਹੋਰ ਚੀਜ਼ ਜੋ ਮੈਂ ਆਪਣੀ ਅੱਗੇ ਜੋ ਤੁਸੀਂ ਮੈਨੂੰ ਪੁੱਛੋਗੇ PhD ਵਿੱਚ ਮੈਂ ਆਪਣਾ ਜੋ ਟੌਪਿਕ ਬੜੂ ਸਾਹਿਬ ਵਿੱਚ ਹਾਂਜੀ ਆਪਾਂ ਆ ਰਹੇ ਹਾਂ ਜੀ ਬਿਲਕੁਲ ਕਿਉਂਕਿ ਤੁਹਾਡੀ ਸਟੱਡੀ ਹੈ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈਗੀ ਸੋ ਅਸੀਂ ਉਹਦੇ ਬਾਰੇ ਵੀ ਜਿਹੜਾ ਹੈਗਾ PhD ਕਿਉਂਕਿ ਗੁਰਮਤਿ ਸੰਗੀਤ ਦੀ ਗੱਲ ਚੱਲ ਰਹੀ ਹੈ ਤਾਂ ਜ਼ਰੂਰ ਕਿਉਂਕਿ ਤੁਸੀਂ ਦੱਸਿਆ ਚੌਂਕੀ ਪਰੰਪਰਾ ਜਿਹੜੀ ਹੈਗੀ ਹੈ ਨਾ 4 ਤਰ੍ਹਾਂ ਦੀਆਂ ਚੌਂਕੀਆਂ ਜਿਹੜੀਆਂ ਗੁਰਮਤਿ ਸੰਗੀਤ ਦੇ ਵਿੱਚ ਹੈਗੀਆਂ ਔਰ ਹਲੇ ਵੀ ਜਿਹੜੀਆਂ ਉਹ ਪਰੰਪਰਾਵਾਂ ਜਿਹੜੀਆਂ ਗੁਰੂ ਸਾਹਿਬ ਵੱਲੋਂ ਤੋਰੀਆਂ ਗਈਆਂ ਉਹ ਚੱਲ ਰਹੀਆਂ ਨੇ ਜਿਵੇਂ ਹੁਣ ਤੁਸੀਂ ਬਿਲਾਵਲ ਰਾਗ ਸਾਨੂੰ ਸਰਵਣ ਕਰਵਾਇਆ ਇਹਦਾ ਵੀ ਇੱਕ ਤਰੀਕਾ ਜਿਵੇਂ ਹੈ ਨਾ ਕਿ ਜਿਹੜੀ ਸਮਾਪਤੀ ਹੈ ਇਹਦੀ ਜਿਹੜੀ ਹਰ ਕਾ ਨਾਮ ਤੇ ਆਏ ਕਿ ਬਸੰਤ ਦੀਵਾਰ ਜਿਹੜੀ ਆਪਾਂ ਕਹਿ ਸਕਦੇ ਹਾਂ ਨਾ ਕਿ ਇਹਦੀ ਜਿਹੜੀ ਅੱਜ ਕੱਲ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਰਾਗੀ ਸਾਹਿਬਾਨ ਕੀਰਤਨ ਕਰਦੇ ਆ ਤਾਂ ਜਦੋਂ ਉਹ ਜਿਹੜੀ ਹੈਗੀ ਆਪਣੀ ਉਹਦੀ ਸਮਾਪਤੀ ਕਰਦੇ ਆ ਤੇ ਉਹ ਜਿਹੜੀ ਵਾਰ ਹੈਗੀ ਹੈ ਬਸੰਤ ਦੀ ਤੇ ਉਹਦੇ ਨਾਲ ਕਰਦੇ ਆ ਸੋ ਜਿਹੜਾ ਇਹ 4 ਆਈ ਥਿੰਕ ਇਹਦੇ ਪਾਰਟ ਹੈਗੇ ਆ ਜਿਹੜਾ ਮੰਗਲਾਚਰਨ ਤੋਂ ਸ਼ੁਰੂਆਤ ਹੋ ਕੇ ਫਿਰ ਉਸ ਤੋਂ ਬਾਅਦ ਤੁਸੀਂ ਦੱਸੋਗੇ ਸਾਨੂੰ ਕਿ ਕੀ ਹੁੰਦਾ ਹੈ ਸ਼ਬਦ ਹੈਨਾ ਕਿ ਪਹਿਲਾਂ ਤਾਂ ਸ਼ਾਨ ਜਿਹਨੂੰ ਕਹਿੰਦੇ ਆ ਸ਼ਾਨ ਮੰਗਲਾਚਰਨ ਤੇ ਸ਼ਬਦ ਤੇ ਫਿਰ ਉਸ ਤੋਂ ਬਾਅਦ ਵਾਰ ਆਈ ਥਿੰਕ ਜਿਹੜੇ ਚੌਂਕੀ ਦੇ ਜਿਹੜੇ ਪਾਰਟ ਹੈ 4 ਹੈ ਸੋ ਬਹੁਤ ਵਧੀਆ ਗੱਲ ਹੈ ਔਰ ਪਵਨੀਤ ਕਿਉਂਕਿ ਤੁਸੀਂ ਗੁਰਮਤਿ ਸੰਗੀਤ ਦੀ ਗੱਲ ਕਰ ਰਹੇ ਹੋ ਤਾਂ ਸਾਨੂੰ ਕਿਉਂਕਿ ਤੁਸੀਂ PhD ਦਾ ਜਿਹੜਾ ਕੀਤਾ ਹੈਗਾ ਆਪਣੀ ਜਿਹੜੀ ਸਟੱਡੀ ਕੀਤੀ ਹੈ ਤੁਸੀਂ ਸਾਨੂੰ ਦੱਸੋਗੇ ਕਿ ਤੁਸੀਂ ਕਿਹੜਾ ਟੌਪਿਕ ਸੀਗਾ ਜਿਹੜਾ ਤੁਹਾਡਾ PhD ਦਾ ਤੇ ਮੇਰਾ PhD ਦਾ ਟੌਪਿਕ ਸੀ ਬੜੂ ਸਾਹਿਬ ਦਾ ਗੁਰਮਤਿ ਸੰਗੀਤ ਵਿੱਚ ਯੋਗਦਾਨ
ਅੱਛਾ ਜੀ, ਹਾਂਜੀ। ਬੜੂ ਸਾਹਿਬ ਦਾ ਗੁਰਮਤਿ ਬੜੂ ਸੰਗੀਤ ਸਾਹਿਬ ਵਿੱਚ ਦਾ। ਯੋਗਦਾਨ। ਤੇ ਜਦ ਮੈਂ ਪਹਿਲੇ ਇਸ ਬਾਰੇ ਕਰਨਾ ਸੀ, ਜਦ ਮੈਂ ਸੋਚਿਆ ਸੀ ਕਿ ਮੈਂ ਬੜੂ ਸਾਹਿਬ ਤੇ ਕੰਮ ਕਰਾਂਗੀ, ਪਹਿਲੇ ਤੇ ਮੈਂ ਦੱਸਣਾ ਚਾਹਾਂਗੀ ਕਿ ਅੱਜ ਤੱਕ ਕਦੀ ਵੀ ਬੜੂ ਸਾਹਿਬ ਤੇ PhD ਨਹੀਂ ਹੋਈ ਹੈ। ਅੱਛਾ ਜੀ, ਹਾਂਜੀ। ਕਿਉਂਕਿ ਇਹ ਫਸਟ ਟੌਪਿਕ ਇਹ ਬਿਲਕੁਲ first- ਜੀ, ਕਿਉਂਕਿ ਜਦੋਂ ਆਪਾਂ ਆਈ ਥਿੰਕ PhD ਦਾ ਟੌਪਿਕ ਚੂਜ਼ ਕਰਦੇ ਆ ਹਾਂਜੀ ਤੇ ਉਹਦੀ ਇੱਕ ਕੰਡੀਸ਼ਨ ਹੁੰਦੀ ਹੈ ਕਿ ਇਸ ਤੋਂ ਪਹਿਲਾਂ ਉਹਦੀ ਕੋਈ ਜਿਹੜੀ ਹੈਗੀ ਰਿਸਰਚ ਨਾ ਹੋਈ ਰਿਸਰਚ ਨਾ ਹੋਈ ਹੋਵੇ। ਹਾਂਜੀ। ਹਾਂਜੀ ਸੋ ਓਕੇ, ਅੱਛਾ ਹਾਂਜੀ। ਜੀ, ਤੁਸੀਂ ਫਿਰ ਇਹ ਟੌਪਿਕ ਚੁਣਿਆ। ਇਹ ਟੌਪਿਕ ਵੀ ਚੁਣਿਆ ਤੇ PhD ਹੀ ਨਹੀਂ ਹੋਈ ਹੈ ਬੜੂ ਸਾਹਿਬ ਤੇ। ਤੇ ਬੜੂ ਮੈਂ- ਸਾਹਿਬ ਤੇ ਕਿਸੇ ਵੀ ਕਿਸੇ ਨੇ ਮਤਲਬ ਵੀ ਕਿ ਪੱਖ ਨੂੰ ਲੈ ਕੇ PhD ਹੋਈ ਨਹੀਂ ਹੋਈ ਹੈ। ਹਾਂਜੀ ਅੱਛਾ ਜੀ, ਇਹ ਪਹਿਲੀ ਪਹਿਲੀ PhD PhD ਮੈਂ ਕੀਤੀ ਹੈ। ਅੱਛਾ ਤੇ ਜੀ। ਬੜੂ ਸਾਹਿਬ ਦੇ ਬਾਰੇ ਜਦ ਮੈਂ ਸੋਚਿਆ ਸੀ ਕਿ ਮੈਂ ਕਰਨੀ ਹੈ ਤਾਂ ਮੇਰੀ ਥਿੰਕਿੰਗ ਡਿਫਰੈਂਟ ਸੀ ਕਿ ਮੈਨੂੰ ਸੀ ਕਿ ਹਾਂ ਮੈਂ ਜਾਵਾਂਗੀ ਉੱਥੇ, ਮੈਂ ਇੰਟਰਵਿਊਜ਼ ਲਾਂਗੀ ਔਰ ਉੱਥੇ ਬਟ ਜਦ ਮੈਂ ਪਹੁੰਚੀ ਉੱਥੇ ਔਰ ਜਦ ਮੈਂ ਉਸ ਵਿੱਚ ਬੜੂ ਸਾਹਿਬ ਦਾ ਮੈਂ ਜਦ ਟੌਪਿਕ ਲੈ ਲਿਆ ਤਾਂ ਮੈਨੂੰ ਪਤਾ ਲੱਗਾ ਕਿ ਬਹੁਤ ਹੀ ਵਿਸ਼ਾਲ ਬਹੁਤ ਹੀ ਵਿਸ਼ਾਲ ਟੌਪਿਕ ਹੈ, ਬਿਲਕੁਲ ਬਹੁਤ ਜੀ। ਵਿਸ਼ਾਲ, ਬਹੁਤ ਕੁਝ ਕਵਰ ਕਰਨ ਵਾਲਾ ਹੈ ਜੋ ਕਿ ਜੇ ਮੈਂ 10 ਕਿਤਾਬਾਂ ਵੀ ਕਰਨਾ ਤਾਂ ਵੀ ਕੱਟ ਪੈ ਜਾਏਗਾ ਉਸ ਦਾ, ਬਿਲਕੁਲ ਜੀ, ਉਹ ਸੰਸਥਾ ਦਾ ਇੰਨਾ ਯੋਗਦਾਨ ਹੈ। ਹਾਂਜੀ ਅੱਛਾ, ਤੇ ਇਹ ਟੌਪਿਕ ਜਿਹੜਾ ਹੈਗਾ ਪਵਨੀਤ ਤੁਹਾਨੂੰ ਤੁਹਾਡੇ ਗਾਈਡ ਨੇ ਰეკਮੈਂਡ ਕੀਤਾ ਜਾਂ ਫਿਰ ਤੁਸੀਂ ਆਪਣੇ ਆਪ ਜਿਹੜਾ ਮੈਂ ਆਪਣੇ ਆਪ ਮੇਰੀ ਇਹ ਵੀ choice ਬਹੁਤ ਸੀ। ਵੱਡੀ ਗੱਲ ਹੈ ਹਾਂਜੀ। ਕਿਉਂਕਿ ਆਲਮੋਸਟ ਜਿਹੜਾ PhD ਦਾ ਟੌਪਿਕ ਹੁੰਦਾ ਹੈ ਕਿ ਸਾਨੂੰ ਰეკਮੈਂਡ ਹੁੰਦਾ ਹੈ ਕਿ ਤੁਸੀਂ ਚੁਆਇਸ ਦਿੱਤੀ ਜਾਂਦੀ ਹੈ ਹਨਾ। ਹਾਂਜੀ ਸਭ ਤੁਸੀਂ ਉਹਦੇ ਵਿੱਚੋਂ ਜਿਹੜਾ ਹੈਗਾ ਇਹ ਟੌਪਿਕ ਚੂਜ਼ ਕੀਤਾ। ਸੋ ਵਾਕਈ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਪਹਿਲੀ ਵਾਰੀ ਜਿਹੜੀ ਹੈਗੀ ਸ਼ੁਰੂਆਤ ਕੀਤੀ ਹੈ ਉਹਨਾਂ ਦੇ ਟੌਪਿਕ ਦੇ ਉੱਤੇ ਰਿਸਰਚ ਕਰਨ ਦੀ। ਸੋ ਤੁਹਾਨੂੰ ਥੋੜਾ ਜਿਹਾ ਤੁਸੀਂ ਦੱਸੋਗੇ ਕਿ ਕੀ ਰਿਸਰਚ ਹੋਈ ਤੁਹਾਡੀ, ਤੁਸੀਂ ਉਹਨਾਂ ਦੇ ਜਿਹੜੀ ਇਹਨਾਂ ਨੇ ਸੰਸਥਾ ਦੀ ਜਿਹੜੀ ਸ਼ੁਰੂਆਤ ਕੀਤੀ ਹਾਂਜੀ ਹੈਨਾ, ਹਾਂਜੀ। ਉਹ ਕੌਣ ਹੈ ਤੁਸੀਂ ਦੱਸੋਗੇ ਸਾਨੂੰ, ਕਿਉਂਕਿ ਸੀਰੀਅਸਲੀ ਕਿਉਂਕਿ ਵਾਕਈ ਰਿਸਰਚ ਦਾ ਪਾਰਟ ਹੀ ਹੈ ਤਾਂ ਸਾਨੂੰ ਵੀ ਅਸੀਂ ਥੋੜਾ ਜਿਹਾ ਜਾਣਨਾ ਚਾਹਾਂਗੇ ਇਸ ਹਾਂਜੀ, ਬਾਰੇ ਬਿਲਕੁਲ ਕਿ ਕਿਵੇਂ ਬੜੂ ਸਾਹਿਬ ਦੀ ਸੰਸਥਾ ਕਿਵੇਂ ਜਿਹੜੀ ਹੈਗੀ ਹੈ ਇਹਦੀ ਹੋਂਦ ਕਿਵੇਂ ਹੋਈ ਤੇ ਕਿਵੇਂ ਇਹ ਅੱਜ ਕੱਲ ਕੀ ਇਹਦਾ ਹੈਗਾ ਯੋਗਦਾਨ। ਹਾਂਜੀ ਤੇ ਸੰਤ ਤੇਜਾ ਸਿੰਘ ਜੀ ਨੇ 1956 ਵਿੱਚ ਇਹ ਆਸ਼ਾ ਪ੍ਰਗਟ ਕੀਤਾ ਸੀ ਕਿ ਇਹ ਵੀ ਇਸ ਤਰ੍ਹਾਂ ਦੀ ਥਾਂ ਬਣਾਈ ਜਾਏ, ਇਹ ਇਸ ਤਰ੍ਹਾਂ ਦੀ ਸ਼ਾਂਤੀਮਈ ਸਥਾਨ ਹੋਏ ਜਿੱਥੇ ਦੁਨਿਆਵੀ ਪੜ੍ਹਾਈ ਦੇ ਨਾਲ ਸਪਿਰਿਚੁਅਲਿਜ਼ਮ ਗੁਰਬਾਣੀ ਦਾ ਵੀ ਬੱਚਿਆਂ ਨੂੰ ਮਿਲੇ। ਬਿਲਕੁਲ। ਤੇ ਇਸ ਆਸ਼ਾ ਨੂੰ ਪ੍ਰਗਟ ਕਰਨ ਲਈ ਇਸ ਸੰਸਥਾ ਦਾ ਯੋਗਦਾਨ ਇਹ ਸੰਸਥਾ ਬਣੀ ਤੇ ਉੱਥੇ ਬੜੂ ਸਾਹਿਬ ਦੇ ਹੁਣ ਜੋ ਮੇਨ ਸੰਸਥਾ ਹੈਗੀ ਉਹ ਹਿਮਾਚਲ ਵਿੱਚ ਸੋਲਨ ਦੇ ਨੇੜੇ ਹੈਗੀ ਹੈ। ਹੋਰ ਵੀ ਆਈ ਥਿੰਕ ਇਹਦੀਆਂ ਅਕੈਡਮੀਜ਼ ਜਿਹੜੀਆਂ ਤੇ ਹੈਗੀਆਂ ਟੋਟਲ 132 ਅਕੈਡਮੀਜ਼ ਹੈਗੀਆਂ ਨੇ ਪੂਰੇ ਹਿੰਦੁਸਤਾਨ ਔਰ ਵਿੱਚ। ਕਿਉਂਕਿ ਇਹ ਰਿਸਰਚ ਦਾ ਪਾਰਟ ਹੈ ਤੇ ਤਾਂ ਹੀ ਸਾਨੂੰ ਪਤਾ ਲੱਗਾ ਕਿ 132 ਜਿਹੜੀਆਂ ਅਕੈਡਮੀਜ਼ ਨੇ ਹਾਂਜੀ ਬਹੁਤ ਵੱਡੀ ਸੇਵਾ ਆਪਾਂ ਕਹਿ ਸਕਦੇ ਹਾਂ ਸੇਵਾ ਨਾ। ਕੀ ਹੈ। ਬਿਲਕੁਲ ਤੇ ਜੀ। ਸਭ ਤੋਂ ਵੱਡਾ ਯੋਗਦਾਨ ਮੈਨੂੰ ਲੱਗਦਾ ਬੜੂ ਸਾਹਿਬ ਦਾ ਜੋ ਮੈਂ ਜੋ ਉੱਥੇ ਗਈ ਔਰ ਮੈਂ ਜੋ ਦੇਖਿਆ ਸਭ ਤੋਂ ਵੱਡੀ ਚੀਜ਼ ਸੀ ਕਿ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਸਾਡੇ ਗੁਰੂਆਂ ਦੇ ਟਾਈਮ ਤੇ ਜੋ ਵੀ ਤੰਤੀ ਸਾਜ਼ ਬਿਲਕੁਲ ਜੀ। ਸਾਜ਼ ਜੋ ਲੁਪਤ ਹੋ ਰਹੇ ਸੀ ਇਸ ਸੰਸਥਾ ਨੇ ਉਹਨਾਂ ਨੂੰ ਪੁਨਰ ਜੀਵਿਤ ਕਰਕੇ ਰਿਵਾਈਵ ਕਰਕੇ ਉਹ ਚੀਜ਼ ਨੂੰ ਅੱਗੇ ਲੈ ਕੇ ਆਏ ਨੇ। ਔਰ ਬੱਚੀਆਂ ਜੋ ਉੱਥੇ ਦੀ ਬੱਚੀਆਂ ਹੈਗੀਆਂ ਨੇ ਜੋ ਮਤਲਬ ਮੈਂ ਸਮਝਦੀ ਹਾਂ 12ਵੀਂ ਤੋਂ ਬਾਅਦ ਜੋ ਸਿਰਫ ਗ੍ਰੈਜੂਏਸ਼ਨ ਵਿੱਚ ਕਦਮ ਰੱਖਿਆ ਹੈ ਉਹ ਉਸ ਦੇ ਨਾਲ ਕੀਰਤਨ ਕਰਦੇ ਨੇ, ਬੱਚੇ ਕੀਰਤਨ ਕਰਦੇ ਆ। ਔਰ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਇਹਨਾਂ ਦਾ ਬੱਚਿਆਂ ਦਾ ਪ੍ਰੋਗਰਾਮ ਵੀ ਆਉਂਦਾ ਹੁੰਦਾ ਸੀ। ਬਿਲਕੁਲ ਜੀ। ਹਾਂਜੀ ਹਾਂਜੀ ਬਿਲਕੁਲ। ਬਹੁਤ ਵਾਕਈ ਜੀ ਉਹਨਾਂ ਦਾ ਯੋਗਦਾਨ ਹੈ। ਔਰ ਕਲਾਸੀਕਲ ਜਿਹੜਾ ਗੁਰਮਤਿ ਸੰਗੀਤ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਤੁਸੀਂ ਰਿਸਰਚ ਕੀਤੀ ਹੈ ਤੇ ਉਹਨਾਂ ਦਾ ਜਿਹੜਾ ਯੋਗਦਾਨ ਬਹੁਤ ਵੱਡਾ। ਔਰ ਜਿਹੜਾ ਅਸੀਂ ਅੱਜ ਤੁਹਾਡੇ ਤੋਂ ਨਵੀਂ ਗੱਲ ਪਤਾ ਲੱਗੀ ਕਿ ਇਹ ਤਾਂ ਬਹੁਤ ਸਾਰੀਆਂ ਅਕੈਡਮੀਆਂ ਹਰ ਇੱਕ ਜਗ੍ਹਾ ਤੇ ਹੈਗੀਆਂ ਬਟ 132 ਅਕੈਡਮੀਜ਼ ਜਿਹੜੀਆਂ ਹੈਗੀਆਂ ਉਹਨਾਂ ਦੀਆਂ। ਔਰ ਦੇਖੋ ਐਡੀ ਵੱਡੀ ਸੰਸਥਾ ਜਿਹੜੀ ਹੈਗੀ ਹੈ ਸਿਰਜਣ ਲਈ ਵੀ ਬੜਾ ਸਮਾਂ ਚਾਹੀਦਾ। ਹਾਂਜੀ ਬਿਲਕੁਲ ਜੀ। ਸੰਤ ਤੇਜਾ ਸਿੰਘ ਜੀ ਨੇ ਸ਼ੁਰੂਆਤ ਕੀਤੀ ਤੇ ਅੱਜ ਕੱਲ ਜਿਹੜਾ ਹੈਗਾ ਇਸ ਕੌਣ ਚਲਾ ਰਿਹਾ ਬਾਬਾ ਇਕਬਾਲ ਸਿੰਘ ਜੀ। ਬਾਬਾ ਇਕਬਾਲ ਸਿੰਘ। ਹਾਂਜੀ ਉਹ ਮੇਨ ਇਹਨਾਂ ਦੇ ਮੇਨ ਤਾਂ ਫਿਰ ਤੁਸੀਂ ਜਿਹੜਾ ਆਪਣਾ ਕੰਸਰਨ ਜਿਹੜਾ ਹੈਗਾ ਉਹਨਾਂ ਨਾਲ ਕੀਤਾ ਹੋ ਬਿਲਕੁਲ ਜੀ। ਉਹਨਾਂ ਨੇ ਮੈਨੂੰ ਜੇ ਉਹ ਬਹੁਤ ਬ੍ਰਿਧ ਹੈਗੇ ਨੇ ਬਟ ਉਹਨਾਂ ਨੇ ਮੈਨੂੰ 1 ਘੰਟੇ ਦਾ ਇੰਟਰਵਿਊ ਦਿੱਤਾ ਸੀ ਜੋ ਕਿ ਮੈਂ ਇਹਨਾਂ ਦੇ ਬੁੱਕਸ ਵੀ ਆਈ ਥਿੰਕ ਬਹੁਤ ਹੈ ਹੁੰਦੀਆਂ ਜਿਹੜੀਆਂ ਫ੍ਰੀ ਆਫ ਕਾਸਟ ਆਈ ਥਿੰਕ ਮਿਲਦੀਆਂ ਨੇ ਆਪਾਂ ਨੂੰ। ਹਾਂਜੀ ਵਾਹ ਜੀ ਵਾਹ। ਠੀਕ ਹੈ। ਉਸ ਤੋਂ ਬਾਅਦ ਜੋ ਸਭ ਤੋਂ ਵੱਡਾ ਯੋਗਦਾਨ ਰਿਹਾ ਬੜੂ ਸਾਹਿਬ ਦਾ ਇਹਨਾਂ ਨੇ ਇੱਕ ਪ੍ਰੋਜੈਕਟ ਬਣਾਇਆ ਸੀ 2010 ਵਿੱਚ। 3 ਸਾਲ ਦਾ ਪ੍ਰੋਜੈਕਟ ਸੀ ਜਿਸ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਨਾਂ ਨੇ ਗਾ ਕੇ ਬੱਚਿਆਂ ਨੇ ਗਾ ਕੇ ਸਰਵਣ ਕੀਤਾ। ਬਹੁਤ ਵਧੀਆ ਕਿਉਂਕਿ ਇਹ ਗੱਲ ਅੱਗੇ ਵੀ ਅਸੀਂ ਕਰ ਚੁੱਕੇ ਹਾਂ ਜਿਹੜੀ ਅਸੀਂ ਪਹਿਲਾ ਜਿਹੜਾ ਪ੍ਰੋਗਰਾਮ ਸੀ ਸਾਡਾ ਜੋ ਗਾਵੇ ਪ੍ਰਭ ਕੇ ਗੀਤ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਉਪਦੇਸ਼ ਆ ਗੁਰਬਾਣੀ ਗਾਉਣ ਦਾ ਹੀ ਹੈ, ਗਾਉਣ ਦਾ ਕਿਤੇ ਨਹੀਂ ਕਿਹਾ ਕਿ ਗੁਰਬਾਣੀ ਪੜ੍ਹੋ।
ਹਾਂਜੀ, ਹੈ ਨਾ ਹਾਂਜੀ। ਪਾਠ ਪੜ੍ਹੇ ਔਰ ਵੇਦ ਵਿਚਾਰੇ, ਸਗੋਂ ਗੁਰੂ ਸਾਹਿਬ ਨੇ ਪੜ੍ਹਨ ਨੂੰ ਸਾਈਡ ਤੇ ਰੱਖ ਕੇ ਗੁਰਬਾਣੀ ਨੂੰ ਗਾਉਣ ਦੀ ਗੱਲ ਕੀਤੀ। ਔਰ ਵਾਕਈ ਬਹੁਤ ਵੱਡਾ ਉਦਮ ਆ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਉਣ ਦਾ ਜਿਹੜਾ ਸੰਕਲਪ ਹੈ ਬਿਲਕੁਲ ਜੀ, ਬਹੁਤ ਵੱਡਾ ਹੈ, ਇਹ ਬਹੁਤ ਵੱਡੀ ਗੱਲ ਹੈ। ਬਹੁਤ ਵੱਡਾ ਮੈਂ ਨਹੀਂ ਸੰਕਲਪ ਹੈ। ਸਮਝਦੀ ਕਿ ਹੋਰ ਕੋਈ ਸੰਸਥਾ ਵਿੱਚ ਇਸ ਤਰ੍ਹਾਂ ਦਾ ਕੁਝ ਹੁੰਦਾ ਪਿਆ ਕੁਝ ਵੀ। ਹਾਂਜੀ। ਨਹੀਂ ਉਦਮ ਬਹੁਤ ਵੱਡਾ ਵਾਕਈ ਜੀ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਹਾਂਜੀ, ਤੇ ਇਹ ਚੀਜ਼ਾਂ ਮੈਨੂੰ ਬਹੁਤ ਹੀ ਮਤਲਬ ਕੀਤੀ। ਔਰ ਕਿਉਂਕਿ ਬੱਚੀਆਂ ਕੋਈ ਛੋਟੀਆਂ ਮਤਲਬ ਬਹੁਤ ਵੱਡੀਆਂ ਨਹੀਂ ਹੈਗੇ ਨੇ, ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ। ਔਰ ਉੱਥੇ ਦੇ ਟੀਚਰਸ ਇੰਨੇ ਕੈਪੇਬਲ ਹੈਗੇ ਨੇ, ਇੰਨੇ ਮਤਲਬ ਵੱਡੇ, ਕੋਈ PhD ਹੋਲਡਰ, ਕੋਈ ਵੈਲ ਐਜੂਕੇਟਡ। ਪਵਨੀਤ ਜੀ ਨਾਲ ਜਿਹੜਾ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਜੀ। ਬ੍ਰੇਕ ਤੋਂ ਬਾਅਦ ਅਸੀਂ ਇਹਨਾਂ ਤੋਂ ਜਿਹੜੀ ਹੈਗੀ ਹੈ ਕਲਾਸੀਕਲ ਮਿਊਜ਼ਿਕ ਦੀ ਬੰਦਿਸ਼ ਸਰਵਣ ਕਰਾਂਗੇ। ਸੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਇਹਦੇ ਵਿੱਚ ਵੀ ਜਿਹੜਾ ਹੈਗਾ, ਕਿਉਂਕਿ ਤੁਸੀਂ ਦੱਸਿਆ ਸੀ ਕਿ ਬਸੰਤ ਰਾਗ ਦੇ ਵਿੱਚ ਹੀ ਤੁਸੀਂ ਹਾਂਜੀ ਇਹ ਜਿਹੜਾ ਹੈਗਾ ਹਰਪੁਰਵੀ
ਖਾਟਪੁਰ ਹਾਂਜੀ। ਅੱਛਾ ਜੀ। ਤੇ ਪਵਨੀਤ ਜੀ, ਕਿਉਂਕਿ ਤੁਸੀਂ ਦੱਸਿਆ ਕਿ ਜਿਹੜਾ ਹੈਗਾ ਗੁਰਬਾਣੀ ਉਹ ਸ਼ਬਦ ਪ੍ਰਧਾਨਤਾ ਹੈ ਨਾ ਇਹਦੇ ਵਿੱਚ, ਹਾਂਜੀ ਤੇ ਇਹਦੇ ਵਿੱਚ ਹੈਗੀ ਆ ਗੁਰਮਤਿ ਸੰਗੀਤ ਦੇ ਵਿੱਚ ਸ਼ਬਦ ਪ੍ਰਧਾਨ, ਤੇ ਇਹਦੇ ਵਿੱਚ ਜਿਹੜਾ ਹੈਗਾ ਕਿ ਕਲਾ ਪ੍ਰਧਾਨ। ਕਲਾ ਪ੍ਰਧਾਨ। ਤੁਸੀਂ ਜਿਵੇਂ ਹੁਣ ਤਾਨ ਇੱਕ ਤਾਨ ਲਈ ਹੈ ਨਾ, ਹਾਂਜੀ ਸੋ ਇਹ ਕਈ ਵਾਰੀ ਕਿਵੇਂ ਆਪਾਂ ਸਰਵਣ ਕਰਦੇ ਹਾਂ ਕਿ ਜਦੋਂ ਗੁਰਮਤਿ ਸੰਗੀਤ ਦੇ ਵੀ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਪ੍ਰੋਗਰਾਮ ਹੁੰਦੇ ਆ, ਹਾਂਜੀ ਤਾਂ ਉਹਦੇ ਵਿੱਚ ਰਾਗੀ ਸਾਹਿਬਾਨ ਵੀ ਤਾਨਾ ਲੈ ਰਹੇ ਹੁੰਦੇ ਆ। ਹਾਂਜੀ। ਸੋ ਅਕੋਰਡਿੰਗ ਟੂ ਯੂ, ਕਿਉਂਕਿ ਤੁਸੀਂ ਕਹਿ ਚੁੱਕੇ ਹੋ ਕਿ ਸ਼ਬਦ ਪ੍ਰਧਾਨ ਜਿਹੜਾ ਹੈਗਾ ਹੋਣਾ ਚਾਹੀਦਾ, ਤੇ ਕੀ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਲੈਣੀਆਂ ਚਾਹੀਦੀਆਂ ਨੇ ਤਾਨਾ? ਨਹੀਂ, ਬਿਲਕੁਲ ਗੁਰਮਤ, ਅਗਰ ਜੇ ਅਸੀਂ ਗੁਰਮਤ ਸੰਗੀਤ ਦੀ ਗੱਲ ਕਰੀਏ, ਗੁਰਮਤ ਰਾਗ ਦੀ ਗੱਲ ਕਰੀਏ, ਤੇ ਸਾਡੇ ਗੁਰੂਆਂ ਨੇ ਵੀ ਗਾਇਆ, ਔਰ ਇਸ ਚੀਜ਼ ਨੂੰ ਮਤਲਬ ਪੁਰਾਤਨ ਅਗਰ ਜੇ ਅਸੀਂ ਗੱਲ ਕਰੀਏ, ਤਾਨਾ ਜ਼ਰੂਰ ਗਾਣੀ ਚਾਹੀਦੀਆਂ ਨੇ ਆਕਾਰ ਵਿੱਚ ਵੀ, ਬਟ ਉਸ ਵਿੱਚ ਉਸ ਦਾ ਜੋ ਸ਼ਬਦ ਦਾ ਜੋ ਮੇਨ ਭਾਵ ਹੈਗਾ ਜਾਂ ਰਸ ਹੈਗਾ, ਉਹ ਉਸ ਕੰਮ ਨਹੀਂ ਹੋਣਾ ਚਾਹੀਦਾ, ਉਹ ਨਹੀਂ ਘੱਟ ਹੋਣਾ ਚਾਹੀਦਾ। ਬਿਲਕੁਲ ਜੀ, ਕਿ ਜਿਹੜਾ ਹੈਗਾ ਕਿ ਪਹਿਲੇ ਨੰਬਰ ਤੇ ਜਿਹੜਾ ਸ਼ਬਦ, ਤੇ ਉਸ ਤੋਂ ਬਾਅਦ ਜਿਹੜਾ ਕਲਾ ਹੈਗੀ ਹੈ ਉਹਦਾ ਅਸੀਂ ਜਿਹੜਾ ਹੈਗਾ ਹਾਂਜੀ ਦਿਖਾ ਸਕਦੇ ਹਾਂ। ਬਿਲਕੁਲ ਜੀ। ਤੇ ਪਵਨੀਤ, ਕਿਉਂਕਿ ਤੁਸੀਂ ਸਾਨੂੰ ਦੋਨੋਂ ਹੀ ਬਸੰਤ ਰਾਗ ਦੇ ਵਿੱਚ ਤੁਸੀਂ ਸਾਨੂੰ ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦੇ ਨਾਲ ਜੋੜਿਆ ਹੈ ਨਾ, ਸੋ ਤੁਸੀਂ ਸਾਡੇ ਨਾਲ ਆਪਣੀ ਸਾਰੀ ਜਰਨੀ ਸ਼ੇਅਰ ਕੀਤੀ ਕਿ ਤੁਸੀਂ ਕਿੰਨੀ ਸਟੱਡੀ ਕੀਤੀ, ਮਾਸਟਰ, ਬੈਚਲਰਸ, 2 ਬੈਚਲਰਸ ਹਾਂਜੀ ਜਿਹੜੀਆਂ ਤੁਸੀਂ ਕੀਤੀਆਂ ਸੰਗੀਤ ਦੇ ਵਿੱਚ, ਫਿਰ ਤੁਸੀਂ PhD ਕੀਤੀ। ਤੇ ਪਵਨੀਤ, ਕੀ ਤੁਸੀਂ ਹੁਣ ਕੀ ਲੱਗਦਾ ਹੈ ਕਿ ਤੁਹਾਨੂੰ ਕੋਈ ਐਸਾ ਤੁਹਾਡਾ ਐਂਬੀਸ਼ਨ ਜਿਹੜਾ ਲਾਈਫ ਦਾ ਹੋਵੇ ਕਿ ਹਾਲੇ ਮੈਂ ਹੋਰ ਵੀ ਜਾਣਾ, ਅੱਗੇ ਮੈਂ ਕੁਝ ਕਰਨਾ ਹੈ, ਕੀ ਸੋਚਦੇ ਹੋ ਤੁਸੀਂ ਇਹਦੇ ਬਾਰੇ? ਬਸ ਮੈਂ ਇसी ਚੀਜ਼ ਨੂੰ, ਆਪਣੀ ਗੁਰਮਤਿ ਸੰਗੀਤ ਔਰ ਜੋ ਮੈਂ ਸਿੱਖਿਆ ਹੋਇਆ ਇਸੇ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ। ਹੋਰ ਮੈਂ ਚਾਹੁੰਦੀ ਹਾਂ ਕਿ ਸਾਡੀ ਜੋ ਬੀਬੀਆਂ, ਜੋ ਸਾਡੀ ਯੂਥ ਹੈਗੀ ਹੈ, ਇਸ ਚੀਜ਼ ਨੂੰ ਹੋਰ ਅੱਗੇ ਲੈ ਕੇ ਜਾਈਏ, ਕਿਉਂਕਿ ਗੁਰਮਤ ਜੋ ਰਾਗਾਂ ਦੀ ਅਸੀਂ ਗੱਲ ਕਰੀਏ ਤਾਂ ਬਹੁਤ ਘੱਟ ਹੈਗੇ ਨੇ ਜੋ ਇਸ ਚੀਜ਼ ਨੂੰ, ਕਿਉਂਕਿ ਜ਼ਿਆਦਾਤਰ ਬੱਚੇ ਅੱਜ ਕੱਲ੍ਹ ਫਿਲਮੀ ਸੰਗੀਤ ਦੇ ਵੱਲ ਜ਼ਿਆਦਾ ਹੋ ਰਹੇ ਨੇ। ਔਰ ਜਿਹੜੀ ਤੁਸੀਂ ਕਿਉਂਕਿ ਆਪਾਂ ਪ੍ਰਾਪਤਨ ਜਦੋਂ ਆਪਾਂ ਕੀਰਤਨ ਪਰੰਪਰਾ ਬਾਰੇ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਜਾਂ ਦੇਖਦੇ ਵੀ ਹਾਂ ਨਾ, ਤਾਂ ਕਿੰਨਾ ਉਹਨਾਂ ਦੇ ਵਿੱਚ ਜਿਹੜੀ ਰਾਗ ਵਿਦਿਆ ਦਾ ਜਿਹੜਾ ਹੈਗਾ ਹੈ, ਗੁਰੂ ਸਾਹਿਬਾਨ ਦੀ ਦਿੱਤੀ ਹੋਈ ਰਾਗ ਵਿਦਿਆ ਦੇ ਅਨੁਸਾਰ ਕੀਰਤਨ ਕੀਤਾ ਜਾਂਦਾ ਹੈ। ਹੁਣ ਵੀ ਹੁੰਦਾ ਹੈ, ਹਾਂਜੀ, ਬਟ ਬਹੁਤ ਘੱਟ ਹੁੰਦਾ ਹੈ। ਹਾਂਜੀ, ਕਿਉਂਕਿ ਇਹ ਗਾਇਕੀ ਜੋ ਹੈ ਇਹ ਰਿਆਜ਼ ਮੰਗਦੀ ਹੈ, ਰਿਆਜ਼ ਮੰਗਦੀ ਹੈ, ਮਿਹਨਤ ਦਾ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਯੋਗਦਾਨ ਹੈ। ਸੋ ਕਿਉਂਕਿ ਤੁਸੀਂ ਗੁਰਮਤਿ ਸੰਗੀਤ ਨੂੰ ਹੀ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਤੁਸੀਂ ਬੀਬੀਆਂ ਦੀ ਗੱਲ ਕੀਤੀ, ਹਾਂਜੀ, ਤਾਂ ਉਹਦੇ ਤੋਂ ਮੈਨੂੰ ਜਿਹੜੀ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਉਹ ਇਹ ਹੈ ਕਿ ਪਵਨੀਤ, ਕਿ ਜਿਵੇਂ ਇੱਥੇ ਵੀ ਸਾਡੇ ਫੋਰਨ ਕੈਨੇਡਾ ਦੇ ਵਿੱਚ ਵੀ ਜਾਂ ਹੋਰ ਵੀ ਦੇਸ਼ਾਂ ਦੇ ਵਿੱਚ ਜਿਹੜੇ ਕੀਰਤਨ ਦੇ ਬੇਸ ਤੇ ਜਿਹੜੇ ਹੈਗੇ ਆ ਰਾਗੀ ਜੱਥੇ, ਹਾਂਜੀ, ਆਪਾਂ ਦੇਖਦੇ ਆ ਮੋਸਟਲੀ ਆਈ ਥਿੰਕ ਸਾਰੇ ਜਿਹੜੇ ਹੈਗੇ ਆ ਕਿ ਉਹ ਭਾਈ ਸਾਹਿਬਾਨ ਹੁੰਦੇ ਆ, ਹਨਾ। ਸੋ ਜਿਹੜੀਆਂ ਬੀਬੀਆਂ ਨੇ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਕਦੀ ਆਪਾਂ ਦੇਖਿਆ ਹੋਵੇ ਕਿ ਕੋਈ ਗੁਰਦੁਆਰਾ ਸਾਹਿਬ ਵੱਲੋਂ ਬੀਬੀਆਂ ਦਾ ਜੱਥਾ ਸਪਾਂਸਰ ਹੋਇਆ ਹੋਵੇ, ਜਾਂ ਕਿਉਂਕਿ ਤੁਸੀਂ ਇੱਧਰ ਆਏ, ਆਪਣੀ ਸਾਰੀ ਕਹਿ ਸਕਦੇ ਆ ਕਿ ਜਿਹੜੀ ਹੁਣ ਤੱਕ ਦੀ ਤੁਸੀਂ ਸਟੱਡੀ ਜਰਨੀ, ਮਿਹਨਤ ਤੁਸੀਂ ਇੱਧਰ ਕੀਤੀ, ਤੇ ਤੁਸੀਂ ਤੁਹਾਡਾ ਕੀ ਇਹਦੇ ਬਾਰੇ ਵਿਚਾਰ ਹੈ ਕਿ ਐਸਾ ਕਿਉਂ ਹੋ ਰਿਹਾ ਹੈ? ਇਹ ਚੀਜ਼ ਦਾ ਮੈਂ ਬਹੁਤ ਹੀ ਆਪਣੇ ਦਿਲੋਂ ਔਰ ਮੈਂ ਰਿਕੁਐਸਟ ਕਰਾਂਗੀ ਜੋ ਵੀ ਰਾਗੀ ਸਿੰਘ ਸਾਨੂੰ ਸੁਣ ਰਹੇ ਨੇ ਜਾਂ ਸੰਸਥਾ ਵੱਲੋਂ ਜੋ ਵੀ ਸਾਨੂੰ ਸੁਣ ਰਹੇ ਨੇ, ਕਿ ਬੀਬੀਆਂ ਨੂੰ ਜੋ ਵੀ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਘੱਟ ਹੈਗਾ, ਘੱਟ ਕਰ ਰਿਹਾ। ਹਾਂਜੀ, ਸੋ ਕੀ ਰੀਜ਼ਨ ਕੀ ਤੁਹਾਨੂੰ ਲੱਗਦਾ ਹੈ? ਮੈਂ ਸਭ ਤੋਂ ਪਹਿਲੇ ਦੱਸਾਂਗੀ ਕਿ ਹਰਮੰਦਰ ਸਾਹਿਬ ਵਿੱਚ ਮੇਰਾ ਬਹੁਤ ਮਨ ਹੈ, ਇਹ ਚੀਜ਼ ਤੁਸੀਂ ਐਂਬੀਸ਼ਨ ਪੁੱਛਿਆ ਤੇ ਮੇਰਾ ਡ੍ਰੀਮ ਹੈਗਾ ਕਿ ਉੱਥੇ ਜਾ ਕੇ ਕੀਰਤਨ ਕਰਾਂ, ਜਿਵੇਂ ਜੋ ਵੀ ਰਾਗੀ ਸਿੰਘ ਕਰਦੇ ਨੇ। ਅਸੀਂ ਸਾਡਾ ਸਵੇਰ ਦਾ ਹੀ ਟੀਵੀ ਤੇ ਸਭ ਤੋਂ ਪਹਿਲੇ ਉਹੀ ਚੀਜ਼ ਹੁੰਦੀ ਕਿ ਸਵੇਰੇ ਉੱਠ ਕੇ ਅਸੀਂ ਦਰਬਾਰ ਸਾਹਿਬ ਦੀ ਸ਼ੁਰੂਆਤ ਜਿਹੜੀ ਉੱਥੋਂ ਹੁੰਦੀ ਹੈ, ਤੇ ਮੈਨੂੰ ਲੱਗਦਾ ਕਿ ਇਹ ਹੋਰ ਵੀ ਅਗਰ ਜੇ ਉਹ ਚੀਜ਼ ਸਾਨੂੰ ਉੱਥੇ ਦੇ ਪ੍ਰਬੰਧਕ ਜੋ ਵੀ ਹੈਗੇ ਨੇ, ਰਾਗੀ ਸਿੰਘ ਜੋ ਵੀ ਸੰਸਥਾ ਵਿੱਚ ਹੈਗੇ ਨੇ, ਉਹ ਇਹ ਚੀਜ਼ ਨੂੰ ਅਗਰ ਸੁਣ ਰਹੇ ਨੇ ਔਰ ਅਗਰ ਇਹ ਚੀਜ਼ ਅਗਰ ਉਹ ਥੋੜਾ ਜਿਹਾ ਐਫਰਟ ਕਰਦੇ ਨੇ ਤੇ ਸਾਡੇ ਯੂਥ ਲਈ ਜਾਂ ਬੀਬੀਆਂ ਲਈ ਬਹੁਤ ਹੀ ਮੋਟੀਵੇਸ਼ਨ ਹੋਏਗੀ। ਕਿਉਂਕਿ ਜੀ ਅੱਜ ਕੱਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੰਨੀ ਕੁ ਜ਼ਿਆਦਾ ਮਹਿੰਗਾਈ ਦਾ ਦੌਰ ਹੈ, ਚਾਹੇ ਕੋਈ ਰਾਗੀ ਸਿੰਘ ਤੇ ਚਾਹੇ ਕੋਈ ਡਾਕਟਰ ਹੈ, ਹਾਂਜੀ, ਕਿਉਂਕਿ ਆਪਣੀ ਲਾਈਫ ਦਾ ਜਿਹੜਾ ਹੈਗਾ ਨਾ, ਆਪਾਂ ਕਹਿੰਦੇ ਆ ਕਿ ਚਲਾਉਣ ਲਈ ਜਿਹੜਾ ਹੈਗਾ ਬਹੁਤ ਯੋਗਦਾਨ ਹੈ ਕਿ ਸਾਡੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਸਾਡੀ ਇਹ ਸਟੇਜ ਉਹ ਸਹੀ ਹੋਵੇ। ਸੋ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਬੀਬੀਆਂ ਜਾਂ ਅੱਜ ਕੱਲ੍ਹ ਦੀਆਂ ਸਾਡੀਆਂ ਬੱਚੀਆਂ ਜਦੋਂ ਉਹਨਾਂ ਨੂੰ ਕੋਈ ਸਕੋਪ ਨਜ਼ਰ ਨਹੀਂ ਆਉਂਦਾ, ਤਾਂ ਇਹ ਵੀ ਇੱਕ ਰੀਜ਼ਨ ਹੈ ਕਿ ਉਹ ਇੱਧਰ ਨਹੀਂ ਆਉਂਦੀਆਂ।
ਬਿਲਕੁਲ ਨਹੀਂ ਜੀ। ਆਉਂਦੀਆਂ ਹੈ ਨਾ, ਬਿਲਕੁਲ। ਕਿਉਂਕਿ ਉਹਨਾਂ ਦਾ ਜਿਹੜਾ ਸਕੋਪ ਤੇ ਜਿਹੜੇ ਚਾਂਸਸ ਨੇ ਉਹ ਘਟ ਰਹੇ ਘੱਟ ਹੋ ਆ। ਰਹੇ। ਭਾਵੇਂ ਠੀਕ ਹੈ ਜੀ, ਆਪਾਂ ਕਹਿ ਸਕਦੇ ਹਾਂ ਗੁਰੂ ਸਾਹਿਬ ਦੀ ਉਸਤਤ ਹੈ, ਰਾਗੀ ਸਿੰਘ ਉਸਤਤ ਕਰਦੇ ਆ, ਪਰ ਬਿਲਕੁਲ। ਉਸਤਤ ਕਰਦੇ ਆ ਉਹਨਾਂ ਨੇ ਵੀ ਆਪਣਾ ਪਰਿਵਾਰ ਪਾਲਣਾ ਬਿਲਕੁਲ ਤੇ ਜੀ। ਉਹਨਾਂ ਨੂੰ ਵੀ ਹੈ ਨਾ ਜਿਹੜਾ ਹੈਗਾ ਆਰਥਿਕ ਅਵਸਥਾ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਹਾਂਜੀ। ਯੋਗਦਾਨ ਹੈ ਜਿਹੜਾ ਤਾਂ ਹੀ ਆਈ ਥਿੰਕ ਇਹ ਰੀਜ਼ਨ ਹੈਗਾ। ਹਾਂਜੀ। ਸੋ ਮੇਰੀ ਵੀ ਜਿਹੜੀ ਬੇਨਤੀ ਹੈ ਪਵਨੀਤ, ਕਿਉਂਕਿ ਮੈਨੂੰ ਇਸ ਗੱਲ ਦੋ ਗੱਲਾਂ ਸੁਣ ਕੇ ਇਹਨਾਂ ਦੀ ਖੁਸ਼ੀ ਵੀ ਹੋਈ ਤੇ ਥੋੜਾ ਜਿਹਾ ਮੈਨੂੰ ਮਹਿਸੂਸ ਵੀ ਹੋਇਆ ਕਿ ਇਹਨਾਂ ਦੀ ਜਿਹੜੀ ਜਰਨੀ ਹੈ, ਇਹਨਾਂ ਨੇ ਇੰਨੀ ਮਿਹਨਤ ਕੀਤੀ ਆਪਣੀ ਲਾਈਫ ਦੇ ਵਿੱਚ, ਔਰ ਇਹਨਾਂ ਦਾ ਅੰਦਰੋਂ ਇਹਨਾਂ ਦਾ ਜਦੋਂ ਮੈਂ ਇਹਨਾਂ ਦਾ ਐਂਬੀਸ਼ਨ ਪੁੱਛਿਆ ਕਿ ਤੁਹਾਡਾ ਲਾਈਫ ਦਾ ਕੀ ਆ, ਤਾਂ ਇਹਨਾਂ ਨੇ ਕਿਹਾ ਕਿ ਮੇਰਾ ਐਂਬੀਸ਼ਨ ਹੈ ਕਿ ਮੈਂ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਾਂ। ਸੋ ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਜਿਹੜੇ ਹੈਗੇ ਆ ਸਾਡੇ ਸਤਿਕਾਰਯੋਗ ਪ੍ਰਬੰਧਕ, ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਹੈ, ਕਿਉਂਕਿ ਅਸੀਂ ਤੁਹਾਡੇ ਬੱਚੇ ਆ, ਸਾਨੂੰ ਆਈ ਥਿੰਕ ਨਹੀਂ ਪਤਾ ਇੰਨਾ, ਪਰ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਕੋਈ ਫਰਕ ਨਹੀਂ ਹੈ ਨਾ ਔਰਤ ਜਾਂ ਆਪਾਂ ਕਹਿ ਸਕਦੇ ਹਾਂ ਮਰਦ, ਕਿਸੇ ਵਿੱਚ ਵੀ ਕੋਈ ਫਰਕ ਨਹੀਂ ਹੈ, ਸਾਰੇ ਇੱਕ ਜੋਤ ਹੈ ਨਾ, ਇੱਕ ਜੋਤ ਸਬਾਈ। ਤਾਂ ਫਿਰ ਜੇ ਹੁਣ ਸਾਡੇ ਇੰਨੇ ਪੜ੍ਹੇ ਲਿਖੇ ਜਿਨ੍ਹਾਂ ਦਾ ਪਰਿਵਾਰ ਵੱਲੋਂ ਇਹਨਾਂ ਨੂੰ ਹੁੰਗਾਰਾ ਮਿਲਿਆ, ਇੰਨੀ ਇਹਨਾਂ ਨੇ ਮਿਹਨਤ ਕੀਤੀ, ਇਹੋ ਜਿਹੇ ਦੇਸ਼ ਵਿੱਚ ਆ ਕੇ ਵੀ ਇਹ ਸਿਖਾ ਰਹੇ ਨੇ, ਤਾਂ ਕਿਉਂ ਨਾ ਇਹੋ ਜਿਹੀਆਂ ਜਿਹੜੀਆਂ ਮੈਂ ਵੀ ਕਿਉਂਕਿ ਪ੍ਰਬੰਧਕ ਕਮੇਟੀ ਨੂੰ ਇਹੀ ਮੇਰੀ ਗੁਜ਼ਾਰਿਸ਼ ਹੈ ਕਿ ਜੇ ਉਹ ਇੰਨੀ ਉਹਨਾਂ ਨੇ ਮਿਹਨਤ ਕੀਤੀ ਹੈ ਤਾਂ ਕਿਉਂ ਨਹੀਂ ਮੌਕਾ ਦਿੱਤਾ ਜਾਂਦਾ। ਸੋ ਇਹ ਜ਼ਰੂਰ ਇਹਨਾਂ ਦਾ ਜਿਹੜਾ ਐਂਬੀਸ਼ਨ ਹੈ, ਵਾਹਿਗੁਰੂ ਕਰੇ ਕਿ ਤੁਹਾਡਾ ਪੂਰਾ ਹੋਵੇ ਪਵਨੀਤ ਜੀ, ਔਰ ਮੈਂ ਤੁਹਾਨੂੰ ਲਾਈਵ ਦੇਖਾਂ ਮੇਰੇ ਪਿੱਛੋਂ ਦਰਬਾਰ ਹੋਰ- ਸਾਹਿਬ ਤੋਂ ਕੀਰਤਨ ਕਰਦੇ ਹਾਂ। ਤੇ ਮੇਰੀ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਜੀ ਬੀਬੀਆਂ ਨੂੰ ਵੀ ਮੌਕਾ ਦਿਓ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਸਾਡੇ ਰਾਗੀ ਸਾਹਿਬਾਨ ਮਿਹਨਤ ਕਰਦੇ ਆ, ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਸਿੱਖਣ ਦੇ ਵਿੱਚ, ਤੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ, ਕਿਉਂਕਿ ਸਾਡਾ ਜਿਹੜਾ ਹੈ ਸਰਬਕਾਲ ਮਿਊਜ਼ਿਕ ਸੁਸਾਇਟੀ ਦਾ ਜਿਹੜਾ YouTube ਚੈਨਲ ਹੈ, ਜਿਹਦੇ ਤੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਇਹਨਾਂ ਵੱਲੋਂ ਜਿਹੜੇ ਹੈਗੇ ਆ ਪ੍ਰੋਗਰਾਮ ਆਰਗੇਨਾਈਜ਼ ਹੁੰਦੇ ਰਹਿੰਦੇ ਆ। ਤੇ ਹੁਣ ਜਿਹੜਾ ਅਸੀਂ ਪ੍ਰੋਗਰਾਮ ਜਿਹੜਾ ਸਾਡਾ ਹੋਣ ਜਾ ਰਿਹਾ ਵਾ ਅਪ੍ਰੈਲ ਦੇ ਵਿੱਚ, ਜਿਹੜਾ ਇੰਡੀਅਨ ਕਲਾਸੀਕਲ ਮਿਊਜ਼ੀਕਲ ਫੈਸਟੀਵਲ ਜਿਹੜਾ ਹੋਣ ਜਾ ਰਿਹਾ, ਉਹ ਹੋਣ ਜਾ ਰਿਹਾ। ਇੱਕ ਜਿਹੜਾ ਹੋਰ ਪ੍ਰੋਜੈਕਟ ਆ, ਉਹਦਾ ਜਿਹੜਾ ਥੀਮ ਹੈ ਉਹ ਹੈਗਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ, ਔਰ ਸਭ ਤੋਂ ਪਹਿਲਾਂ ਤਾਂ ਉਹ ਵਧਾਈ ਦੇ ਪਾਤਰ ਕਿ ਉਹਨਾਂ ਨੇ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ, ਔਰ ਕਿੰਨਾ ਅੰਦਰੋਂ ਵੀ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਉਹਦੇ ਵਿੱਚ ਸਿਰਫ ਬੀਬੀਆਂ ਹੀ ਆ ਜਿਹੜੀਆਂ ਉਹ ਪ੍ਰੋਗਰਾਮ ਕਰ ਰਹੀਆਂ। ਠੀਕ ਹੈ, ਕਿਉਂਕਿ ਉਹਨਾਂ ਨੇ ਆਪਣੀ ਜਿਹੜਾ ਹੈਗਾ ਪ੍ਰੈਫਰੈਂਸ ਦਿੱਤੀ ਕਿ ਜਿਹੜਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ ਦਾ ਜਿਹੜਾ ਥੀਮ ਆ, ਉਹਨੂੰ ਅਸੀਂ ਪ੍ਰੈਕਟੀਕਲ ਵੀ ਕਰਕੇ ਦਿਖਾਈਏ। ਸੋ ਉਹ ਵੀ ਬਹੁਤ ਵਧਾਈ ਦੇ ਪਾਤਰ ਹੈ, ਔਰ ਮੈਂ ਇਹ ਚਾਹੂੰਗੀ ਕਿ ਤੁਸੀਂ ਵੱਧ ਤੋਂ ਵੱਧ ਆ ਕੇ ਜਿਹੜਾ ਹੈਗਾ ਇਸ ਸੰਸਥਾ ਨੂੰ ਸਹਿਯੋਗ ਦੇਵੋ। ਉਹਨਾਂ ਦਾ ਜਿਹੜਾ ਮੰਤਵ ਹੈ, ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਸਾਡੀ ਜਿਹੜੀ ਹੈਗੀ ਆ ਜਨਰੇਸ਼ਨ ਜਾਂ ਸਾਡੀ ਜਿਹੜੀ ਇੱਥੋਂ ਦੀ ਆਡੀਅנס ਪਹੁੰਚਾਉਣ ਦਾ, ਤਾਂ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਸਹਿਯੋਗ ਦੇਈਏ। ਤੇ ਪਵਨੀਤ, ਵਾਹਿਗੁਰੂ ਕਰੇ, ਸਾਡੀ ਅਰਦਾਸ ਹੈ ਕਿ ਤੁਸੀਂ ਵੀ ਦਰਬਾਰ ਸਾਹਿਬ 'ਚ ਕੀਰਤਨ ਕਰੋ, ਸਾਡੀਆਂ ਜਿਹੜੀਆਂ ਵੀ ਕਲਾਸੀਕਲ ਨਾਲ ਜੁੜੀਆਂ ਭੈਣਾਂ ਨੇ ਸਾਰਿਆਂ ਨੂੰ ਮੌਕਾ ਮਿਲੇ। ਸੋ ਪਵਨੀਤ, ਕੋਈ ਹੋਰ ਸੰਦੇਸ਼ ਜਿਹੜਾ ਤੁਸੀਂ ਸਾਡੀ ਆਡੀਅנס ਨੂੰ ਦੇਣਾ ਚਾਹੁੰਦੇ ਹੋ? ਬਸ ਜੀ, ਮੈਂ ਸਭ ਨੂੰ ਇਹੀ ਦੱਸਣਾ ਚਾਹਾਂਗੀ ਕਿ ਰਿਆਜ਼ ਨਾ ਛੱਡੀਏ, ਕਿਉਂਕਿ ਰਿਆਜ਼ ਦੇ ਬਗੈਰ ਜ਼ਿੰਦਗੀ ਮੈਨੂੰ ਨਹੀਂ ਲੱਗਦਾ ਕਿ ਸੰਗੀਤ ਅਧੂਰਾ ਹੈ। ਕੋਈ ਤੁਸੀਂ ਟਿਪਸ ਸਾਨੂੰ ਦੇਣਾ ਚਾਹੁੰਦੇ ਹੋ ਰਿਆਜ਼ ਦੇ ਕਿ ਰਿਆਜ਼ ਕਿਵੇਂ ਕਰਨਾ ਚਾਹੀਦਾ ਹੈ? ਬਿਲਕੁਲ, ਮੈਂ ਕੀਤਾ ਹੈ ਜਾਂ ਮੈਂ ਆਪਣੇ ਉਸਤਾਦ ਜੀ ਕੋਲੋਂ ਸਿੱਖਿਆ ਹੈ ਕਿ ਸਭ ਤੋਂ ਪਹਿਲੇ ਤੇ ਸ਼ਰਜ ਦਾ ਰਿਆਜ਼, ਹਾਂਜੀ, ਉਹ ਬਹੁਤ ਜ਼ਰੂਰੀ ਹੈਗਾ। ਸਵੇਰੇ ਜੋ ਕਹਿੰਦੇ ਨਾ ਅੰਮ੍ਰਿਤ ਵੇਲੇ ਬਾਣੀ ਪੜਨਾ, ਤੇ ਉਹੀ ਰਿਆਜ਼ ਦਾ ਸੰਗੀਤ ਦੀ ਜਿਹੜੀ ਬਾਣੀ ਹੈ ਅਸੀਂ ਕਹਿ ਸਕਦੇ ਹਾਂ ਕਿ ਸਾਥ ਔਰ ਜਿਹੜਾ ਰਿਆਜ਼ ਕਰਨਾ ਉਹ। ਹਾਂਜੀ, ਠੀਕ ਹੈ। ਸ਼ਰਜ ਦਾ ਰਿਆਜ਼, ਉਸ ਤੋਂ ਬਾਅਦ ਅਲੰਕਾਰ ਦਾ ਰਿਆਜ਼, ਇਹ ਚੀਜ਼ਾਂ ਅਸੀਂ ਕਰਦੇ ਰਹੀਏ ਤੇ ਮੈਨੂੰ ਲੱਗਦਾ ਹੈ ਮੇਨ ਫਾਊਂਡੇਸ਼ਨ ਇਹੀ ਹੈਗੀ ਹੈ। ਇਹੀ ਹੈ ਜੀ। ਹਾਂਜੀ, ਵਾਹ ਜੀ ਵਾਹ। ਤੇ ਪਵਨੀਤ, ਤੁਹਾਨੂੰ ਇੱਥੇ ਸਰਵਕਾਲ ਮਿਊਜ਼ਿਕ ਸੁਸਾਇਟੀ ਵਿੱਚ ਆ ਕੇ ਕਿਵੇਂ ਲੱਗਾ? ਮੈਨੂੰ ਬਹੁਤ ਚੰਗਾ ਲੱਗਿਆ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੇ ਮੈਂ ਸਰਵਕਾਲ ਅਕੈਡਮੀ ਦੇ ਜੋ ਮੇਨ ਓਨਰ ਹੈਗੇ ਨੇ ਸਰਦਾਰ ਹਰਜੀਤ ਸਿੰਘ ਜੀ ਦਾ, ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਇੱਥੇ ਸੱਦਿਆ। ਹਾਂਜੀ, ਮੇਰੀ ਜਰਨੀ ਬਾਰੇ ਉਹਨਾਂ ਨੇ ਮੈਨੂੰ ਮਤਲਬ ਸਭ ਨਾਲ ਗੁਫ਼ਤਗੂ ਕਰਵਾ ਰਹੇ ਨੇ ਤੇ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਤੇ ਬਸ ਮੇਰੀ ਬੈਸਟ ਵਿਸ਼ੇਸ ਹੈਗੀਆਂ ਨੇ। ਹਾਂਜੀ, ਬਹੁਤ ਪਬਲਿਕ ਤੁਹਾਡਾ ਵੀ ਬਹੁਤ ਧੰਨਵਾਦ, ਕਿਉਂਕਿ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ ਕਿ ਇੰਨੇ ਵੈਲ ਐਜੂਕੇਟਿਡ ਜਿਹੜੇ ਹੈਗੇ ਆ ਸ਼ਖਸੀਅਤਾਂ ਸਾਡੇ ਨਾਲ ਇੱਥੇ ਆ ਕੇ ਸਾਡੇ ਚੈਨਲ ਤੇ, ਸਾਡੇ ਸਰਬਕਾਲ ਮਿਊਜ਼ਿਕ ਸੁਸਾਇਟੀ ਦਾ ਜਿਹੜਾ YouTube ਚੈਨਲ ਆ ਉਹਦੇ ਆ ਕੇ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਸਾਨੂੰ ਦੱਸ ਰਹੇ ਹੋ ਗੁਰਮਤਿ ਸੰਗੀਤ ਬਾਰੇ, ਸ਼ਾਸਤਰੀ ਸੰਗੀਤ ਬਾਰੇ ਦੱਸ ਰਹੇ ਹੋ। ਸੋ ਤੁਹਾਡਾ ਪਵਨੀਤ ਬਹੁਤ ਧੰਨਵਾਦ। ਵਾਹਿਗੁਰੂ ਕਰੇ ਤੁਹਾਡਾ ਐਂਬੀਸ਼ਨ ਵੀ ਪੂਰਾ ਹੋਵੇ ਤੇ ਤੁਸੀਂ ਗੁਰਮਤਿ ਸੰਗੀਤ ਦੀ ਜਿਹੜੀ ਸੇਵਾ ਹੈ ਇਸੇ ਤਰ੍ਹਾਂ ਨਿਭਾਉਂਦੇ ਰਹੋ। ਪਵਨੀਤ, ਇੱਕ ਕੁਐਸਚਨ ਜਿਹੜਾ ਮੈਂ ਭੁੱਲ ਗਈ ਕਿ ਤੁਸੀਂ ਸਿਖਾ ਵੀ ਰਹੇ ਹੋ
ਕੀਰਤਨ ਸਿਖਾ ਰਹੇ ਹੋ? ਬਿਲਕੁਲ ਜੀ, ਮੈਂ ਇੱਥੇ ਹੀ ਸਰਵ ਅਕਾਲ ਵਿੱਚ ਹੀ ਮੈਂ ਐਜ਼ ਅ ਵਾਹ ਜੀ ਟੀਚਰ ਵਾਹ। ਮੈਨੂੰ ਵੀਰ ਜੀ ਨੇ ਅਪਾਇੰਟਡ ਕੀਤਾ ਹੈ। ਹਾਂ, ਮੈਂ ਦੇਖੋ। ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਧੰਨਵਾਦ ਦੀ ਗੱਲ ਹੈ ਹਾਂਜੀ। ਵੀ, ਕਿਉਂਕਿ ਪਵਨੀਤ ਜਦੋਂ ਅਸੀਂ ਇਸ ਦੇਸ਼ ਵਿੱਚ ਆਉਣੇ ਆ, ਹਾਂਜੀ ਖਾਸ ਤੌਰ ਤੇ ਜਿਹੜੇ ਆਪਾਂ ਇੰਡੀਅਨ ਕਲਾਸੀਕਲ 뮤직 ਜਾਂ ਹੋਰ ਆਪਾਂ ਕਹਿ ਸਕਦੇ ਹਾਂ ਕਿ ਰਿਲੀਜੀਅਸ ਸਟੱਡੀ ਕੁਝ ਵੀ ਕੀਤਾ ਹੋਵੇ, ਬਿਲਕੁਲ। ਖਾਸ ਤੌਰ ਤੇ ਮੈਡੀਕਲ ਇੰਜੀਨੀਅਰਿੰਗ ਨਾ ਕੀਤੀ ਨਾ ਹੋਵੇ, ਕੀਤੀ। ਤੇ ਜਦੋਂ ਅਸੀਂ ਆਉਣੇ ਆ ਤਾਂ ਸਾਡਾ ਇੱਕ ਵਾਰੀ ਮਨ ਵਿੱਚ ਆਉਂਦਾ ਹੈ ਕਿ ਸਾਡਾ ਸਕੋਪ ਕੀ ਹੈ। ਬਿਲਕੁਲ। ਕਿਉਂਕਿ ਇਸ ਦੇਸ਼ ਕਿਤੇ ਵੀ ਆਰਥਿਕ ਵਿਵਸਥਾ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਫਾਈਨੈਂਸ਼ੀਅਲ ਹਰ ਇੱਕ ਨੂੰ ਲੋੜ ਹੁੰਦੀ ਹੈ। ਬਿਲਕੁਲ ਜੀ। ਸੋ ਵਾਕਈ ਉਹਨਾਂ ਦਾ ਧੰਨਵਾਦ ਇਸੇ ਕਰਕੇ ਕਹਿ ਰਹੇ ਹਾਂ ਕਿ ਜਿਹੜੀ ਸਾਡੀ ਸੰਸਥਾ ਹੈ ਹੋਰ ਸਪੋਰਟ ਕਰੋ, ਤਾਂ ਜੋ ਸਾਡੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਜੁੜੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਮਿਹਨਤ ਕੀਤੀ ਹੈ ਸੰਗੀਤ ਨਾਲ ਜੁੜ ਕੇ, ਸੋ ਉਹਨਾਂ ਦਾ ਜਿਹੜਾ ਹੈਗਾ ਕਿ ਹੌਸਲਾ ਅਫਜ਼ਾਈ ਹੁੰਦੀ ਰਹੇ। ਸੋ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੀਗਾ ਜੋ ਗਾਵੇ ਪ੍ਰਭ ਕੇ ਗੀਤ, ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਇਸੇ ਤਰ੍ਹਾਂ ਹੀ ਤੁਹਾਨੂੰ ਅਸੀਂ ਸੰਗੀਤ ਨਾਲ ਜੁੜੀਆਂ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਰਹਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ ਗਾਵੇ ਪ੍ਰਭ ਕੇ ਗੀਤ, ਪ੍ਰਭ ਕੇ